स्वागत है गौरव शुक्ला मैं हां तुहाडे नाल। इस बुलेटिन दे विच ਅਸੀਂ ਤੁਹਾਨੂੰ अगले 1 घंटे तक नॉन स्टॉप खबरां दिखावांगे। पंजाब भर दा हाल होएगा, नाल ही गल होएगी कि पंजाब दे विच हरियाणा च खास तौर ते दिल्ली बॉर्डर दे उत्ते जो किसान धरने प्रदर्शन ते डटे हुए ने उस नूं लैके की वड्डी खबर है। पर शुरुआत ਅੱਜ ਦੇ ਦਿਨ ਦੀ ਵੱਡੀ ਖਬਰ ਦੇ ਨਾਲ ਕਰਨ ਜਾ ਰਹੇ ਹਾਂ। ਵੱਡੀ ਖਬਰ ਜੁੜੀ ਹੋਈ ਹੈ ਲੱਖਾ ਸਿਧਾਣਾ ਦੇ ਨਾਲ। ਜੀ ਹਾਂ, ਲੱਖਾ ਸਿਧਾਣਾ ਦੇ ਨਾਲ ਜੁੜੀ ਵੱਡੀ ਖਬਰ ਇਹ ਹੈ ਕਿ ਅੱਜ ਬਠਿੰਡਾ ਰੈਲੀ ਦੇ ਵਿੱਚ ਸ਼ਾਮਿਲ ਹੋਵੇਗਾ ਲੱਖਾ ਸਿਧਾਣਾ। ਇਸ ਸਮੇਂ ਦੀ ਵੱਡੀ ਖਬਰ ਸੂਤਰਾਂ ਦੇ ਹਵਾਲੇ ਤੋਂ ਖੁਦ ਲੱਖਾ ਸਿਧਾਣਾ ਨੇ ਰੈਲੀ ਦਾ ਐਲਾਨ ਕੀਤਾ ਸੀ। ਪਿੰਡ ਮਹਿਰਾਜ ਦੇ ਵਿੱਚ ਇਹ ਰੈਲੀ ਰੱਖੀ ਗਈ ਹੈ। ਲਾਲ ਕਿਲਾ ਹਿੰਸਾ ਦਾ ਵਾਂਟਡ ਹੈ ਲੱਖਾ ਸਿਧਾਣਾ। 1 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਪੁਲਿਸ ਦੇ ਵੱਲੋਂ, ਦਿੱਲੀ ਪੁਲਿਸ ਦੇ ਵੱਲੋਂ ਲੱਖਾ ਸਿਧਾਣਾ ਦੇ ਉੱਤੇ। ਤੇ ਲੱਖੇ ਦੀ ਰੈਲੀ ਦੇ ਉੱਤੇ ਦਿੱਲੀ ਪੁਲਿਸ ਦੀ ਪੈਣੀ ਨਜ਼ਰ ਹੈ। ਲਾਜ਼ਮੀ ਤੌਰ ਤੇ ਜਦੋਂ ਕੋਈ ਵਾਂਟਡ ਹੋਵੇ ਤਾਂ ਫਿਰ ਉਸ ਦੇ ਉੱਤੇ ਨਜ਼ਰ ਤਾਂ ਰੱਖੀ ਜਾਂਦੀ ਹੈ। ਪਰ ਇਸ ਸਭ ਦੇ ਵਿਚਾਲੇ ਸੂਤਰਾਂ ਦੇ ਹਵਾਲੇ ਤੋਂ ਸਾਡੇ ਕੋਲ ਇਸ ਸਮੇਂ ਵੱਡੀ ਖਬਰ ਹੈ ਕਿ ਲੱਖਾ ਸਿਧਾਣਾ ਪਹੁੰਚ ਸਕਦਾ ਬਠਿੰਡਾ ਵਾਲੀ ਰੈਲੀ ਦੇ ਵਿੱਚ। ਸਟੇਜ ਦੇ ਉੱਤੇ ਸੰਬੋਧਨ ਵੀ ਕੀਤਾ ਜਾ ਸਕਦਾ ਉਸ ਦੇ ਵੱਲੋਂ। ਇਸ ਸਮੇਂ ਦੀ ਵੱਡੀ ਖਬਰ ਹੈ ਕਿ ਲੱਖਾ ਸਿਧਾਣਾ ਉੱਥੇ ਪਹੁੰਚ ਸਕਦਾ ਹੈ। ਰੈਲੀ ਦੇ ਵਿੱਚ ਪਹੁੰਚਣ ਦੇ ਉੱਤੇ ਕੀ ਲੱਖੇ ਦੀ ਗ੍ਰਿਫਤਾਰੀ ਹੋਵੇਗੀ? ਪੰਜਾਬ ਪੁਲਿਸ ਦੀ ਵੀ ਮਦਦ ਲੈ ਸਕਦੀ ਹੈ ਦਿੱਲੀ ਪੁਲਿਸ। ਦੱਸਦੀ ਹੈ ਕਿ ਪਿੰਡ ਦੇ ਵਿੱਚ ਲੱਖੇ ਦੀ ਰੈਲੀ ਹੋਣ ਜਾ ਰਹੀ ਹੈ, ਜਿਸ ਪਿੰਡ ਦੇ ਵਿੱਚ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜੱਦੀ ਪਿੰਡ ਹੈ। ਲੱਖਾ ਸਿਧਾਣਾ ਦੇ ਵੱਲੋਂ ਖੁਦ ਫੇਸਬੁੱਕ ਦੇ ਉੱਤੇ ਆ ਕੇ ਇਸ ਰੈਲੀ ਦਾ ਐਲਾਨ ਕੀਤਾ ਗਿਆ ਸੀ। ਵੱਡੀ ਗਿਣਤੀ 'ਚ ਨੌਜਵਾਨਾਂ ਦੇ ਉੱਤੇ ਪਹੁੰਚਣ ਦੀ ਉਮੀਦ ਹੈ। ਇੱਕ ਪਾਸੇ ਦੀਪ ਸਿੱਧੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਲੱਖਾ ਸਿਧਾਣਾ ਦੇ ਉੱਤੇ ਮਾਮਲੇ ਦਰਜ ਨੇ। 1 ਲੱਖ ਦਾ ਇਨਾਮ ਐਲਾਨਿਆ ਗਿਆ ਹੈ ਤੇ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਦੇ ਲਈ ਵੀ ਪੁਲਿਸ ਲਗਾਤਾਰ ਜਦੋਜਹਿਦ ਕਰ ਰਹੀ ਹੈ। ਦਿੱਲੀ ਪੁਲਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਤੇ ਇਸ ਵਿਚਾਲੇ ਲੱਖਾ ਸਿਧਾਣਾ ਜੇਕਰ ਅੱਜ ਬਠਿੰਡਾ ਦੇ ਪਿੰਡ ਮਹਿਰਾਜ ਦੀ ਸਟੇਜ ਦੇ ਉੱਤੇ ਜਾ ਕੇ ਬੋਲਦੇ ਨੇ ਤਾਂ ਕੀ ਕ੍ਰਾਈਮ ਬ੍ਰਾਂਚ ਦਿੱਲੀ ਦੀ ਟੀਮ ਉੱਥੇ ਪਹੁੰਚੇਗੀ? ਕਿ ਕ੍ਰਾਈਮ ਬ੍ਰਾਂਚ ਦਿੱਲੀ ਦੀ ਟੀਮ ਗ੍ਰਿਫਤਾਰ ਕਰੇਗੀ ਲੱਖਾ ਸਿਧਾਣਾ ਨੂੰ? ਕਿ ਪੰਜਾਬ ਪੁਲਿਸ ਦੀ ਮਦਦ ਦਾ ਜੋ ਜ਼ਿਕਰ ਕੀਤਾ ਜਾ ਰਿਹਾ ਕਿ ਪੰਜਾਬ ਪੁਲਿਸ ਦੀ ਮਦਦ ਦੇ ਨਾਲ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਹੋ ਸਕਦੀ ਹੈ, ਤਾਂ ਕਿ ਪੰਜਾਬ ਪੁਲਿਸ ਮਦਦ ਕਰੇਗੀ ਦਿੱਲੀ ਪੁਲਿਸ ਦੀ? ਇਸ ਸਮੇਂ ਇਹ ਵੀ ਸਮਝਣ ਦੀ ਜ਼ਰੂਰਤ ਜ਼ਰੂਰ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਜੇਕਰ ਨੌਜਵਾਨ ਹੁੰਦੇ ਨੇ ਜਾਂ ਲੱਖਾ ਸਿਧਾਣਾ ਦੇ ਸਮਰਥਕ ਹੁੰਦੇ ਨੇ ਤਾਂ ਇਸ ਵਿਚਾਲੇ ਪੁਲਿਸ ਦੇ ਲਈ ਵੀ ਇੰਨਾ ਆਸਾਨ ਨਹੀਂ ਹੋਏਗਾ ਲੱਖਾ ਸਿਧਾਣਾ ਨੂੰ ਗ੍ਰਿਫਤਾਰ ਕਰਨਾ। ਖੈਰ, ਲੱਖਾ ਸਿਧਾਣਾ ਹੈ ਕੌਣ, ਕਿਉਂ ਚਰਚਾ ਹੋ ਰਹੀ ਹੈ, ਉਹ ਅਸੀਂ ਤੁਹਾਨੂੰ ਦੱਸਦੇ ਹਾਂ। ਲੱਖਾ ਸਿਧਾਣਾ ਵਿਧਾਨ ਸਭਾ ਚੋਣ ਵੀ ਲੜ ਚੁੱਕਿਆ ਹੈ। ਪੰਜਾਬੀ ਬੋਲੀ ਨੂੰ ਲੈ ਕੇ ਬਹੁਤ ਚਰਚਾ ਦੇ ਵਿੱਚ ਲੱਖਾ ਸਿਧਾਣਾ ਕੁਝ ਸਮਾਂ ਪਹਿਲਾਂ ਆਇਆ ਸੀ, ਜਦੋਂ ਪੰਜਾਬ ਦੇ ਵਿੱਚ ਲੱਗੇ ਹੋਏ ਜਿਹੜੇ ਰੋਡਸ ਦੇ ਉੱਤੇ, ਮੇਨ ਰੋਡਸ ਦੇ ਉੱਤੇ, ਸੜਕਾਂ ਦੇ ਉੱਤੇ ਲੱਗੇ ਹੋਏ ਬੋਰਡ ਨੇ ਜਿਨ੍ਹਾਂ ਦੇ ਉੱਤੇ ਉੱਪਰ ਇੰਗਲਿਸ਼, ਹਿੰਦੀ ਤੇ ਫਿਰ ਪੰਜਾਬੀ ਲਿਖੀ ਹੋਈ ਸੀ, ਤਾਂ ਉਹ ਬੋਰਡ ਦੇ ਉੱਤੇ ਕਾਲਖ ਪੋਤੀ ਗਈ ਸੀ ਤੇ ਉਸ ਸਮੇਂ ਖੂਬ ਚਰਚਾ ਦੇ ਵਿੱਚ ਰਿਹਾ। ਪਿਛਲੇ ਕੁਝ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿਚਾਲੇ ਖੂਬ ਚਰਚਾ ਦੇ ਵਿੱਚ ਰਿਹਾ ਹੈ। ਸਮਾਜ ਸੇਵੀ ਸੰਸਥਾ ਦੇ ਨਾਲ ਵੀ ਜੁੜਿਆ ਹੋਇਆ ਲੱਖਾ ਸਿਧਾਣਾ। ਇਹ ਸਾਰੇ ਅਹਿਮ ਪੁਆਇੰਟਸ ਨੇ ਜਿਹੜਾ ਲੱਖਾ ਸਿਧਾਣਾ ਕੌਣ ਹੈ, ਕਿਉਂ ਉਸ ਨੂੰ ਅਹਿਮ ਬਣਾਉਂਦਾ ਹੈ। ਪਰ ਇਸ ਸਭ ਦੇ ਵਿਚਾਲੇ ਇੱਕ ਇਹ ਵੀ ਅਹਿਮ ਚੀਜ਼ ਹੈ ਕਿ ਲੱਖਾ ਸਿਧਾਣਾ ਦੀ ਪਹੁੰਚ ਨੌਜਵਾਨਾਂ ਤੱਕ ਬਹੁਤ ਵੱਡੇ ਪੱਧਰ ਉੱਤੇ ਹੈ। ਸੋਸ਼ਲ ਮੀਡੀਆ ਤੇ ਉਸਦੇ ਇੱਕ ਵੱਡੀ ਗਿਣਤੀ 'ਚ ਫਾਲੋਅਰਸ ਨੇ। ਜਦੋਂ ਆਪਣੀ ਗੱਲ ਰੱਖਦਾ ਤਾਂ ਬਹੁਤ ਵੱਡੀ ਗਿਣਤੀ 'ਚ ਨੌਜਵਾਨ ਉਸ ਨੂੰ ਸੁਣਦੇ ਵੀ ਨੇ। ਦੀਪ ਸਿੱਧੂ, ਲੱਖਾ ਸਿਧਾਣਾ ਕਿਸਾਨੀ ਅੰਦੋਲਨ ਦੇ ਵਿਚਾਲੇ ਇੱਕ ਵੱਡਾ ਚਿਹਰਾ ਜ਼ਰੂਰ ਬਣਿਆ। 26 ਜਨਵਰੀ ਦੀ ਹਿੰਸਾ ਦੇ ਵਿੱਚ ਨਾਮ ਆਇਆ ਲੱਖਾ ਸਿਧਾਣਾ ਦਾ, ਜਿਸ ਦੀ ਹੁਣ ਗ੍ਰਿਫਤਾਰੀ ਨੂੰ ਲੈ ਕੇ ਦਿੱਲੀ ਪੁਲਿਸ ਜ਼ਰੂਰ ਜਦੋਜਹਿਦ ਕਰ ਰਹੀ ਹੈ। ਹਿੰਸਾ ਤੋਂ ਬਾਅਦ ਲੱਖਾ ਸਿਧਾਣਾ ਗਾਇਬ ਹੈ। रुक करते हैं, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਦਿੱਲੀ ਤੋਂ ਲੈ ਕੇ ਬਠਿੰਡਾ ਤੱਕ ਪੂਰੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁंचाइए। इस समय दिल्ली तो शंकर आनंद साडे सहयोगी साडे नाल जुड़ रहे हैं। शंकर का रुख करते हैं। शंकर, क्या कुछ आपके पास जानकारी है? क्योंकि अभी जो सूत्रों के हवाले से हमारे पास खबर है, न्यूज़ 18 के पास खबर है हमारे पास, उसमें यह है कि लखा सिधाना आज इस रैली में नजर आ सकता है और स्टेज पर संबोधित भी उसकी तरफ से किया जा सकता है। आपके पास क्या कुछ इंफॉर्मेशन है दिल्ली पुलिस की तरफ से? क्या दिल्ली पुलिस की टीम वहां पहुंच गई है, पहुंच रही है? क्या कुछ जानकारी? देखिए, पिछले 2 दिन पहले ही हम लोग को इस मामले में हमारे जो सूत्र बताए थे, दिल्ली पुलिस मुख्यालय के सूत्र हमारे इस मामले में जानकारी दिए थे कि पंजाब और हरियाणा के कई अलग अलग इलाकों में दिल्ली पुलिस की टीम मौजूद है, जिसमें कि क्राइम ब्रांच और स्पेशल सेल की जो टीम है विशेष तौर पे मौके पे मौजूद है और उन तमाम आरोपियों को तलाश रही है जो लाल किला के अंदर में उग्र हिंसा को अंजाम देने में आरोपी हैं। जिस तरह से अगर लखा सिधाना की बात करें तो ये भी उसमें से आरोपी है और 1 लाख का इनामी है, तो इस मामले में उसे भी तलाशा जा रहा है। और अगर आज की बात करें तो आज अगर उस रैली के दौरान में अगर लखा सिधाना आता है तो निश्चित तौर पर इस मामले पर दिल्ली पुलिस की टीम पंजाब पुलिस से संपर्क कर सकती है और उससे कह सकते हैं कि ये इस मामले में आरोपी है और इसे लिहाजा उसे हिरासत में लेने के बाद दिल्ली पुलिस को सौंप दिया जाए। तो यहाँ पर दिल्ली पुलिस कभी ऐसा प्रयास नहीं करेगी कि अचानक उस भीड़ में जाए और वहां पर इस तरह से जाके उस लखा सिधाना को गिरफ्तार करने की कोशिश करे।
तो इस मामले में नजर बनाए हुए हैं और दिल्ली पुलिस के जो हमारे सूत्र बताते हैं कि उचित समय पर उचित कार्रवाई अवश्य की जाएगी। इस मामले में हमारी टीम जो है लगातार काम कर रही है। तो यहाँ पर देखने वाली बात होगी कि कब लखा सिधाना जो है अगर यहाँ पे अगर आता है तो उसे किस तरह से गिरफ्तार किया जाएगा, किस तरह से इस मामले पर पंजाब पुलिस की मदद ली जाएगी या नहीं ली जाएगी, या इस रैली में आने से पहले ही उसे गिरफ्तार किया जाए या रैली जब खत्म हो उसके बाद गिरफ्तार किया जाए। तो ये कई ऐसे मामले जो हैं जिससे दिल्ली पुलिस काफी सतर्कता से अपने काम को अंजाम दे रही है और इस मामले में कई अन्य दूसरे जो इलाके हैं उन जगहों पर भी बाकायदा छापेमारी करके तमाम आरोपियों को गिरफ्तार किया जा रहा है। शुक्रिया शंकर, ਧੰਨਵਾਦ साडा जुड़न दे ਲਈ इस पूरी गलबात दे ਲਈ। ਲੱਖਾ ਸਿਧਾਣਾ ਨੂੰ ਲੈ ਕੇ ਵੱਡੀ ਖਬਰ ਇਸ ਸਮੇਂ ਹੈ ਕਿਉਂਕਿ ਲੱਖਾ ਸਿਧਾਣਾ ਦਿੱਲੀ ਹਿੰਸਾ ਮਾਮਲੇ ਦੇ ਵਿੱਚ ਮੁਲਜ਼ਮ ਹੈ। 1 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ, ਪਰ ਇਸ ਸਭ ਦੇ ਵਿਚਾਲੇ ਫੇਸਬੁੱਕ ਦੇ ਉੱਤੇ ਲਾਈਵ ਹੁੰਦਾ ਹੈ, ਇੱਕ ਰੈਲੀ ਦਾ ਐਲਾਨ ਕੀਤਾ ਜਾਂਦਾ ਹੈ। ਅੱਜ ਉਹ ਰੈਲੀ ਬਠਿੰਡਾ ਦੇ ਮਹਾਰਾਜ ਦੇ ਵਿੱਚ ਹੋਣ ਜਾ ਰਹੀ ਹੈ ਤੇ ਉੱਥੇ ਲੱਖਾ ਸਿਧਾਣਾ ਪਹੁੰਚੇਗਾ, ਇਹ ਵੀ ਜਾਣਕਾਰੀ ਮਿਲ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ। ਤੇ ਇਸ ਵਿਚਾਲੇ ਕੀ ਦਿੱਲੀ ਪੁਲਿਸ ਦਾ ਐਕਸ਼ਨ ਲੈਂਦਾ ਜਾਂ ਪੰਜਾਬ ਪੁਲਿਸ ਦਾ ਐਕਸ਼ਨ ਲੈਂਦਾ ਉਸ ਦੇ ਉੱਤੇ ਨਜ਼ਰ ਹੋਏਗੀ। ਅਸੀਂ ਅੱਗੇ ਵਧਦੇ ਹਾਂ। ਇਸ ਸਮੇਂ ਸਾਡੇ ਨਾਲ ਬਠਿੰਡਾ ਦੇ ਮਹਾਰਾਜ ਤੋਂ ਸਾਡੇ ਸਹਿਯੋਗੀ ਸੂਰਜ ਭਾਨ ਵੀ ਜੁੜ ਰਹੇ ਨੇ, ਉਹਨਾਂ ਦਾ ਰੁਖ ਕਰਦੇ ਹਾਂ। ਸੂਰਜ ਭਾਨ ਦਾ ਰੁਖ ਕਰਦੇ ਹਾਂ। ਸੂਰਜ ਸਾਡੇ ਨਾਲ ਜੁੜ ਰਹੇ ਨੇ ਮਹਾਰਾਜ ਤੋਂ। ਸੂਰਜ, ਜਾਣਨਾ ਚਾਹਾਂਗੇ ਸਭ ਤੋਂ ਪਹਿਲਾਂ ਇਸ ਸਮੇਂ ਤੁਹਾਡੇ ਕੋਲ ਅਪਡੇਟ ਕੀ ਹੈ ਲੱਖਾ ਸਿਧਾਣਾ ਦੇ ਰੈਲੀ ਦੇ ਵਿੱਚ ਪਹੁੰਚਣ ਨੂੰ ਲੈ ਕੇ, ਕਿਉਂਕਿ ਸੂਤਰ ਦੱਸ ਰਹੇ ਨੇ ਕਿ ਪਹੁੰਚੇਗਾ ਲੱਖਾ ਸਿਧਾਣਾ, ਕੀ ਕੁਝ ਤੁਹਾਡੇ ਕੋਲ ਇਸ ਸਮੇਂ ਜਾਣਕਾਰੀ? ਸੂਰਜ, ਅਸੀਂ ਮਹਾਰਾਜ ਪਿੰਡ ਪਹੁੰਚ ਗਏ ਹਾਂ। ਚੰਦ ਕਦਮਾਂ ਦੀ ਦੂਰੀ ਦੇ ਉੱਪਰ ਰੈਲੀ ਵਾਲਾ ਪੰਡਾਲ ਹੈ। ਹਾਲਾਂਕਿ ਤਸਵੀਰਾਂ ਤੁਹਾਨੂੰ ਉਹ ਵੀ ਦਿਖਾਵਾਂਗੇ, ਪਰ ਕਨੈਕਟੀਵਿਟੀ ਦੀ ਪ੍ਰੋਬਲਮ ਆਉਣ ਕਰਕੇ ਅਸੀਂ ਬਾਹਰ ਤੋਂ ਤੁਹਾਡੇ ਨਾਲ ਕਨੈਕਟ ਹੋਏ ਆ। ਪਰ ਕਿਤੇ ਨਾ ਕਿਤੇ ਜਾ ਕੇ ਸੂਤਰ ਇਹੀ ਦੱਸ ਰਹੇ ਨੇ ਕਿ ਲੱਖਾ ਸਿਧਾਣਾ ਪ੍ਰੋਗਰਾਮ ਤੇ ਪਹੁੰਚ ਸਕਦੇ ਨੇ, ਪਰ ਉਸ ਤੋਂ ਪਹਿਲਾਂ ਵੱਡਾ ਸਵਾਲ ਹੈ ਕਿ ਆਖਿਰਕਾਰ ਅਗਰ ਉਹਨਾਂ ਰਸ਼ ਹੁੰਦਾ ਹੈ ਤਾਂ ਲੱਖਾ ਸਿਧਾਣਾ ਆਉਣਗੇ? ਲੱਖਾ ਸਿਧਾਣਾ ਦੀ ਗ੍ਰਿਫਤਾਰੀ ਨੂੰ ਲੈ ਕੇ ਹਜੇ ਜਿਸ ਤਰ੍ਹਾਂ ਦੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ, ਲੱਖਾ ਸਿਧਾਣਾ ਖੁਦ ਗ੍ਰਿਫਤਾਰ ਨਹੀਂ ਹੋਣਗੇ। ਇਹ ਲੱਖਾ ਸਿਧਾਣਾ ਨੇ ਮਨ ਬਣਾ ਲਿਆ। ਪਰ ਜਿਸ ਤਰ੍ਹਾਂ ਸੂਤਰ ਦੱਸ ਰਹੇ ਨੇ ਕਿ ਦਿੱਲੀ ਪੁਲਿਸ ਹੈ, ਦਿੱਲੀ ਪੁਲਿਸ ਦੀ ਟੀਮ ਹੈ, ਉਹ ਕੱਲ ਤੋਂ ਇੱਥੇ ਡੇਰਾ ਲਾਈ ਬੈਠੀ ਹੈ। ਦਿੱਲੀ ਪੁਲਿਸ ਪਹੁੰਚੀ ਹੋਈ ਹੈ। ਕਿਤੇ ਨਾ ਕਿਤੇ ਜਾ ਕੇ ਗ੍ਰਿਫਤਾਰੀ ਨੂੰ ਲੈ ਕੇ ਦਿੱਲੀ ਪੁਲਿਸ ਦੇ ਉੱਪਰ ਵੀ ਦਬਾਅ ਹੈ, ਕਿਉਂਕਿ 1 ਲੱਖ ਦਾ ਇਨਾਮ ਸਰਕਾਰ ਨੇ ਰੱਖਿਆ ਹੋਇਆ। ਤਾਂ ਕਰਕੇ ਅੱਜ ਦੀ ਰੈਲੀ ਤੋਂ ਹੋ ਸਕਦਾ ਹੈ ਪਹਿਲਾਂ ਲੱਖੇ ਨੂੰ ਗ੍ਰਿਫਤਾਰ ਕੀਤਾ ਜਾਵੇ, ਕਿਉਂਕਿ ਲੱਖੇ ਦੀ ਇਹੀ ਦੱਸ ਰਹੇ ਕਿ ਲੱਖਾ ਬਠਿੰਡੇ ਦੇ ਇਲਾਕੇ ਦੇ ਵਿੱਚ ਪਹੁੰਚ ਚੁੱਕਿਆ, ਕਿਉਂਕਿ ਰੈਲੀ ਦੇ ਪ੍ਰੋਗਰਾਮ ਨੂੰ ਲੈ ਕੇ ਪਲ ਪਲ ਦੀ ਅਪਡੇਟ ਹੈ ਉਹ ਆਪਦੇ ਲੋਕਾਂ ਤੋਂ ਲੈ ਰਿਹਾ ਕਿ ਆਖਿਰਕਾਰ ਕਿੰਨੇ ਲੋਕ ਆ ਸਕਦੇ ਨੇ, ਕਿੰਨੇ ਲੋਕ ਪਹੁੰਚ ਸਕਦੇ ਨੇ ਤੇ ਆਖਿਰਕਾਰ ਕਿਸ ਤਰ੍ਹਾਂ ਦੀ ਸਟ੍ਰੈਟਜੀ ਹੈ ਉਹ ਪੂਰੀ ਲੱਖਾ ਸਿਧਾਣਾ ਬੈਠ ਕੇ ਬਣਾ ਰਿਹਾ। ਪਰ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਆਖਿਰਕਾਰ ਇਸ ਰੈਲੀ ਦੇ ਵਿੱਚ ਰਸ਼ ਕਿੰਨਾ ਹੁੰਦਾ ਤੇ ਰਸ਼ ਦੇ ਵਿੱਚ ਲੱਖਾ ਸਿਧਾਣਾ ਪਹੁੰਚਦੇ ਨੇ ਕਿ ਨਹੀਂ। ਅਗਰ ਪਹੁੰਚਦੇ ਨੇ ਤਾਂ ਕੀ ਦਿੱਲੀ ਪੁਲਿਸ ਦੀ ਸਟ੍ਰੈਟਜੀ ਕੀ ਹੈ? ਦਿੱਲੀ ਪੁਲਿਸ ਗ੍ਰਿਫਤਾਰ ਕਰਦੀ ਹੈ ਜਾਂ ਕਿਸ ਤਰ੍ਹਾਂ ਦਿੱਲੀ ਪੁਲਿਸ ਨੂੰ ਗ੍ਰਿਫਤਾਰ ਕਰੇ? ਕਿਉਂਕਿ ਬਹੁਤ ਜ਼ਿਆਦਾ ਰਸ਼ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਔਰ ਇੰਨੇ ਰਸ਼ ਦੇ ਵਿੱਚ ਕਿਸੇ ਵੀ ਬੰਦੇ ਨੂੰ ਗ੍ਰਿਫਤਾਰ ਕਰਨਾ ਨਾਮੁਮਕਿਨ ਹੈ। ਬੇਸ਼ੱਕ ਲੋਕਲ ਪੁਲਿਸ ਦੀ ਮਦਦ ਲਈ ਜਾਵੇ, ਪਰ ਸਿੱਧੀ ਸਟੇਜ ਤੋਂ ਗ੍ਰਿਫਤਾਰ ਪੁਲਿਸ ਨਹੀਂ ਕਰ ਸਕਦੀ। ਹਾਲਾਂਕਿ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਹੋ ਸਕਦਾ ਲੱਖਾ ਸਿਧਾਣਾ ਖੁਦ ਗ੍ਰਿਫਤਾਰ ਹੋ ਜਾਣ, ਖੁਦ ਉਹ ਗ੍ਰਿਫਤਾਰੀ ਦੇ ਦੇਣ, ਕਿਉਂਕਿ ਕਾਫੀ ਵੱਡਾ ਰਸ਼ ਹੈ ਔਰ ਕਿਤੇ ਨਾ ਕਿਤੇ ਜਾ ਕੇ ਇਸ ਰੈਲੀ ਨੂੰ ਰਾਜਨੀਤੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਕਿਉਂਕਿ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਪੀਪੀਪੀ ਪਾਰਟੀ ਵੰਨੀਓ ਜਿਹੜਾ ਇਹ ਉਮੀਦਵਾਰ ਵੀ ਰਹੇ ਸੀ ਔਰ ਮਨਪ੍ਰੀਤ ਸਿੰਘ ਬਾਦਲ ਦੇ ਖਸਮ ਖਾਸ ਦੱਸੇ ਜਾ ਰਹੇ ਨੇ। ਤਾਂ ਕਰਕੇ ਅਲੱਗ-ਅਲੱਗ ਕਿਰਾਸਲਾਈਆਂ ਜਾਈ ਜਾ ਰਹੀਆਂ ਨੇ ਕਿ ਫਿਲਹਾਲ ਇਸ ਰੈਲੀ ਕਿਸ ਪਾਸੇ ਜਾਂਦੀ ਹੈ, ਕਿਸ ਪਾਸੇ ਰੈਲੀ ਦਾ ਇਹ ਮੂਡ ਰਹਿੰਦਾ ਹੈਗਾ। ਸੂਰਜ, ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ, ਅੱਜ ਦੀ ਰੈਲੀ ਬਠਿੰਡਾ ਦੀ ਮਹਾਰਾਜ ਦੇ ਵਿੱਚ ਹੋ ਰਹੀ ਰੈਲੀ, ਕਿਸਾਨ ਜਥੇਬੰਦੀਆਂ ਦੀ ਕੀ ਭੂਮਿਕਾ ਹੈ ਇਸ ਦੇ ਵਿੱਚ? ਕੀ ਇਹ ਪੂਰੀ ਤੇ ਪੂਰੀ ਰੈਲੀ ਨੌਜਵਾਨਾਂ ਦੇ ਵੱਲੋਂ, ਲੱਖਾ ਸਿਧਾਣਾ ਦੇ ਸਮਰਥਕਾਂ ਦੇ ਵੱਲੋਂ, ਹਿਮਾਇਤੀਆਂ ਦੇ ਵੱਲੋਂ ਸੱਦੀ ਗਈ ਹੈ ਜਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਸ ਦਾ ਵੀ ਕੋਈ ਰੋਲ ਇਸ ਪੂਰੀ ਰੈਲੀ ਦੇ ਵਿੱਚ ਹੈ? ਦੇਖੋ, ਸਿੱਧੇ ਤੌਰ ਤੇ ਕਿਸੇ ਵੀ ਕਿਸਾਨ ਜਥੇਬੰਦੀ ਨੇ ਇਸ ਰੈਲੀ ਦੇ ਨਾਲ ਆਪਦੇ ਆਪ ਨੂੰ ਨਹੀਂ ਜੋੜਿਆ, ਇਸ ਦੂਰੀ ਬਣਾ ਕੇ ਰੱਖੀ ਹੋਈ ਹੈ। ਪਰ ਦੂਸਰੇ ਪਾਸੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਲੱਖਾ ਸਿਧਾਣਾ ਪਹਿਲੇ ਸੁਰਖੀਆਂ ਸੀ ਤੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਇਹਨਾਂ ਦੀ ਇੱਕ ਕਮੇਟੀ, ਇਹਨਾਂ ਦੀ ਇੱਕ ਸੰਸਥਾ ਬਣੀ ਹੋਈ ਹੈ। ਉਹਦੇ ਬੰਨਿਓ ਕਿਤੇ ਨਾ ਕਿਤੇ ਜਾ ਕੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਣਗੇ। ਤੇ ਦੂਸਰੇ ਪਾਸੇ ਬਾਬਾ ਹਰਦੀਪ ਸਿੰਘ ਮਹਾਰਾਜ ਜਿਹੜੇ ਕਿ ਮਹਾਰਾਜ ਪਿੰਡ ਦੇ ਰਹਿਣ ਵਾਲੇ ਨੇ, ਦਲ ਖਾਲਸਾ ਵੰਨੀਓ ਨੇ, ਉਹ ਦਲ ਖਾਲਸਾ ਦੇ ਜਿਹੜੀ ਟੀਮ ਹੈ ਪੂਰੇ ਦੇ ਪੂਰੇ ਦਲ ਖਾਲਸਾ ਦੇ ਲੋਕ ਨੇ ਉਹ ਵੀ ਕਾਫੀ ਵੱਡੀ ਵਿੱਚ ਰਹਿਣਗੇ। ਔਰ ਦੂਸਰੇ ਪਾਸੇ ਜਿਹੜਾ ਪਿੰਡ ਮਹਾਰਾਜ ਦੀ ਗੱਲ ਕੀਤੀ ਜਾਵੇ, ਪਿੰਡ ਮਹਾਰਾਜ ਉਹ ਹੈ ਜਿਹੜਾ ਕੈਪਟਨ ਅਮਰਿੰਦਰ ਦੇ ਪੁਰਖਿਆਂ ਦਾ ਪਿੰਡ ਹੈ ਔਰ ਦੱਸ ਰਹੇ ਨੇ ਕਿ ਪਿੰਡ ਦੇ ਲੋਕ ਨੇ ਜਿਹੜੇ ਆਪਦੇ ਤੌਰ ਤੇ ਸਪੋਰਟ ਕਰ ਰਹੇ ਨੇ ਔਰ ਪਿੰਡ ਦੇ ਲੋਕਾਂ ਨੇ ਇੰਤਜ਼ਾਮ ਨੇ ਜਿਹੜੇ ਅੱਛੇ ਖਾਸੇ ਕੀਤੇ ਹੋਏ ਨੇ। ਅਗਰ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਵੱਡੀ ਗਿਣਤੀ ਇਸ ਪਿੰਡ ਦੀ, ਇਸ ਮਹਾਰਾਜ ਪਿੰਡ ਦੀ ਬੈਕਗ੍ਰਾਉਂਡ ਜਾਈਏ ਤਾਂ ਇਸ ਪਿੰਡ ਤੋਂ 11 ਪਿੰਡ ਵਸੇ ਨੇ। ਤਾਂ ਕਰਕੇ ਇਹ ਪਿੰਡ ਦਾ ਆਪਦੇ ਵਿੱਚ ਨਾਂ ਹੈ। ਤਾਂ ਕਰਕੇ ਜੇ ਪਿੰਡ ਬੰਨੀ ਫੁੱਲ ਸਪੋਰਟ ਹੁੰਦੀ ਆ ਤਾਂ ਰੈਲੀ ਇਹ ਸਕਸੈਸ ਹੋ ਸਕਦੀ ਹੈ। ਜੇ ਪਿਛਲੇ ਦਿਨਾਂ ਦੀ ਰੈਲੀ ਦੀ ਗੱਲ ਕੀਤੀ ਜਾਵੇ, ਮੁਕਤਸਰ ਦੇ ਵਿੱਚ ਦੀਪ ਸਿੱਧੂ ਦੇ ਪਿੰਡ ਦੇ ਵਿੱਚ ਰੈਲੀ ਨਿਕਲੀ ਸੀ ਤੇ ਫਿਲਹਾਲ ਉਹ ਰੈਲੀ ਫਲॉप ਸੀ। ਤਾਂ ਕਰਕੇ ਲੋਕ ਇਸ ਨਜ਼ਰ ਦੇ ਨਾਲ ਦੇਖ ਰਹੇ ਨੇ ਕਿ ਆਖਿਰਕਾਰ ਇਹ ਰੈਲੀ ਕਿ ਦੀਪ ਸਿੱਧੂ ਦੇ ਪਿੰਡ ਵਾਲੀ ਰੈਲੀ ਦੇ ਵਾਂਗ ਫਲॉप ਤੇ ਨਹੀਂ ਹੋਊਗੀ। ਹਾਲਾਂਕਿ ਇੰਤਜ਼ਾਮ ਨੇ ਜਿਹੜੇ ਉਹ ਕਾਫੀ ਵੱਡੇ ਲੈਵਲ ਤੇ ਕੀਤੇ ਹੋਏ ਨੇ ਔਰ ਯੂਥ ਦਾ ਪਹੁੰਚਣਾ ਸ਼ੁਰੂ ਹੋ ਗਿਆ ਰੈਲੀ ਦੇ ਵਿੱਚ।
ਠੀਕ ਹੈ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸੂਰਜ, ਇਸ ਪੂਰੀ ਜਾਣਕਾਰੀ ਦੇ ਲਈ ਤੁਸੀਂ ਨਜ਼ਰ ਬਣਾਈ ਰੱਖੋ। ਅਸੀਂ ਤੁਹਾਡੇ ਤੋਂ ਦਿਨ ਪਰ ਅਪਡੇਟ ਲੈਂਦੇ ਰਹਾਂਗੇ। ਬਹੁਤ ਅਹਿਮ ਦਿਨ ਅੱਜ ਬਠਿੰਡਾ ਦੇ ਮਹਾਰਾਜ ਦੇ ਵਿੱਚ ਰੈਲੀ ਨੂੰ ਲੈ ਕੇ ਕਿੰਨੀ ਕੁ ਕਾਮਯਾਬ ਹੁੰਦੀ ਹੈ, ਸਕਸੈਸਫੁਲ ਹੁੰਦੀ ਹੈ ਰੈਲੀ, ਇਹ ਇੱਕ ਵੱਡਾ ਸਵਾਲ ਹੈ। ਪਰ ਇਸ ਸਭ ਦੇ ਵਿਚਾਲੇ ਜੋ ਸਾਡੇ ਕੋਲ ਜਾਣਕਾਰੀ ਪਹੁੰਚ ਰਹੀ ਹੈ ਕਿ ਲੱਖਾ ਸਿਧਾਣਾ ਪਹੁੰਚ ਸਕਦਾ ਹੈ ਇਸ ਰੈਲੀ ਦੇ ਵਿੱਚ। ਲੱਖਾ ਸਿਧਾਣਾ ਲਗਾਤਾਰ ਸੁਰਖੀਆਂ ਦੇ ਵਿੱਚ ਰਿਹਾ ਪਿਛਲੇ 2-4-6 ਮਹੀਨਿਆਂ ਦਾ ਜੇਕਰ ਜ਼ਿਕਰ ਕੀਤਾ ਜਾਵੇ। ਕਦੇ ਸਟੇਜਾਂ ਦੇ ਉੱਤੇ ਬੋਲਿਆ ਵੀ, ਦੀਪ ਸਿੱਧੂ ਦੇ ਨਾਲ ਬਹੁਤ ਵਾਰੀ ਨਜ਼ਰ ਆਇਆ। ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਕਈ ਵਾਰ ਲੱਖੇ ਨੂੰ ਲੈ ਕੇ ਟਿੱਪਣੀਆਂ ਕਰਦੇ ਨਜ਼ਰ ਆਏ। ਪਰ ਇਸ ਸਭ ਦੇ ਵਿਚਾਲੇ 25 ਜਨਵਰੀ ਦਾ ਜੋ ਦਿਨ ਸੀ, 26 ਜਨਵਰੀ ਤੋਂ ਇੱਕ ਦਿਨ ਪਹਿਲਾਂ ਸਟੇਜ ਦੇ ਉੱਤੇ ਨਜ਼ਰ ਆਇਆ ਲੱਖਾ ਸਿਧਾਣਾ ਤੇ ਉੱਥੇ ਉਸ ਤੋਂ ਬਾਅਦ 26 ਜਨਵਰੀ ਵਾਲਾ ਪੂਰਾ ਘਟਨਾਕ੍ਰਮ ਵਾਪਰਿਆ। ਖੈਰ, ਉਸ ਨੂੰ ਲੈ ਕੇ ਸਵਾਲਾਂ ਦੇ ਕਟਾਰੇ ਦੇ ਵਿੱਚ ਲੱਖਾ ਸਿਧਾਣਾ, ਦੀਪ ਸਿੱਧੂ ਨੂੰ ਖੜਾ ਕੀਤਾ ਗਿਆ ਹੈ। ਮਾਮਲੇ ਦਰਜ ਹੋ ਗਏ ਨੇ। ਤਾਂ ਲੱਖਾ ਸਿਧਾਣਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਲੱਖਾ ਸਿਧਾਣਾ ਦੇ ਵੱਲੋਂ ਜਿਹੜਾ ਹੈ ਸਟੇਜ ਦੇ ਉੱਤੇ ਪਹੁੰਚ ਕੇ ਸੰਬੋਧਿਤ ਕੀਤਾ ਜਾ ਸਕਦਾ ਹੈ, ਬਠਿੰਡਾ ਵਾਲੀ ਰੈਲੀ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਲੱਖਾ ਸਿਧਾਣਾ। ਸਾਡੇ ਕੋਲ ਜੋ ਨਿਊਜ਼ 18 ਪੰਜਾਬ ਦੇ ਕੋਲ ਇਸ ਸਮੇਂ ਐਕਸਕਲੂਸਿਵ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਹੈ। ਸਿੱਧਾ रुख करते हैं एक बार फिर तो दिल्ली तो साडे सहयोगी शंकर आनंद साडे नाल जुड़ रहे हैं। शंकर, क्या कुछ आपके पास इस समय अपडेट? देखिए, लखा सिधाना को लेकर दिल्ली पुलिस लगातार नजर बनाए हुए है। दिल्ली से लेकर पंजाब तक जो भी उसकी गतिविधियां हैं उस पर कड़ी नजर रखी जा रही है। लेकिन यहाँ पर एक सूत्र ये भी बता रहे हैं कि हो सकता है कहीं वीडियो कॉन्फ्रेंसिंग के माध्यम से जुड़े और वहां पर तमाम किसानों को वो बाकायदा वहां पर संबोधित कर सकता है। तो क्या वहां पर उस मंच पर या आसपास में वीडियो कॉन्फ्रेंसिंग की व्यवस्था है या नहीं है, या वो तो कोई बैनर लगा है कि नहीं, ये भी देखने वाली बात होगी। तो यहाँ पर किस तरह से वहां पहुंचे, उस मंच तक पहुंचे, जो सभा स्थल है वहां तक पहुंचे, इस पर दिल्ली पुलिस की नजर बनी हुई है। लेकिन यहाँ पर दिल्ली पुलिस को जो हमारे सूत्र बताते हैं कि कभी भी जो है दिल्ली पुलिस इस तरह से हंगामा को अंजाम देते हुए या कोई कानून व्यवस्था का जो एक उसको ध्यान में रखते ही कोई भी किसी तरह की गतिविधियों को अंजाम देगी। और वहां पर जहां पर काफी लोग खड़े हैं और वहां पर कुछ अगर कार्यक्रम चल रहा है, शराब चल रही है, तो उस जगह पर जाकर के दिल्ली पुलिस कभी भी ऐसा प्रयास नहीं करेगी कि कानून व्यवस्था वहां पे खराब हो। और इस मामले पर हालांकि लखा सिधाना को लेकर जिस तरह से माहौल बना है, जिस तरह से बाकायदा उसके लेकर चर्चाएं हुई हैं और खुद लखा जो है इस मामले को लेकर फेसबुक पर पिछले कुछ दिनों पहले अपडेट किया था और लोगों से अपील किया था कि जितना ज्यादा से ज्यादा संख्या में उस कार्यक्रम में वहां पर रैली में पहुंचे। और उसके बाद अगर दिल्ली पुलिस को उन्होंने इस मामले पर एक चुनौती देते हुए कहा कि अगर दिल्ली पुलिस चाहे तो वो आकर वहां पर उसे गिरफ्तार कर सकती है। लेकिन इस मामले की नजरगत को देखते हुए और कानून व्यवस्था को ध्यान में रखते हुए दिल्ली पुलिस इस मामले पर काफी सतर्कता से और गंभीरता से प्रयास करेगी कि इस मामले पर उचित कार्रवाई हो। तो एक तरह से कहा जा सकता है कि सबों को इंतजार है, खासकर दिल्ली पुलिस के जो आला अधिकारी हैं उसको इस बात का इंतजार है कि लखा सिधाना सामने आए, उसके बाद इस मामले पर उचित कार्रवाई को अंजाम दिया जाएगा। लेकिन देखने वाली बात होगी क्या लखा सिधाना वहां पे सबके सामने वहां पे आता है या वीडियो कॉन्फ्रेंसिंग के मार्फत से जुड़ेगा, या इस मामले पर वो वहां पे पहुंचने के बाद किस तरह की जो बातें हैं, किस तरह का जो एक भाषण है वो वहां पे देता है, वो भी देखने वाली बात होगी। जी शुक्रिया आनंद, धन्यवाद साडा जोड़न दे लई, इस पूरी गलबात लई। साडे सहयोगी शंकर आनंद इस समय एक होर अपडेट दे रहे हैं इस पूरे मामले दे विच। तो लखा सिधाना पहुंचेगा बठिंडा वाली रैली दे विच जां नहीं, एक बड़ा सवाल है। पर इस सब दे विचाले शंकर आनंद साडे सहयोगी ये भी जानकारी दे रहे हैं कि हो सकता है कि लखा सिधाना वीडियो कॉन्फ्रेंसिंग के जरिए भी जुड़ जाए, यानी कि वीडियो चैट के एक तरीके नाल जरिए जुड़ जाए तो फिर उत्थे ही संबोधित उसके वलों किया जाए। जिवें असीं पिछले कुछ समय दे विच देखिया कि बड़े लीडर जुड़ते हैं रैलियां दे विच ते उत्थे उन्हां दे वल्लों संबोधित किया जाता है। कुछ उस तरीके दे नाल ही लखा सिधाना भी उत्थे जुड़ सकता है ते उत्थे संबोधित उसके वल्लों किया जा सकता है। हालांकि वो खुद जांदा उत्थे या नहीं जांदा इस दे उत्ते अजे सस्पेंस जरूर है। पर साडे सूत्र ये भी दस रहे हैं कि स्टेज के उत्ते लखा सिधाना नजर आ सकता है। अज दे दिन दी वड्डी खबर है, एक पासे गिरफ्तारी दी तलवार तां दूजे पासे बठिंडा दे महराज दे विच रैली जिस च पहुंच सकता है लखा सिधाना। जवान है ता पहचान है। ਹੁਣ ਅੱਗੇ ਵਧਦੇ ਹਾਂ ਲੱਖਾ ਸਿਧਾਣਾ ਤੋਂ ਬਾਅਦ ਗੱਲ ਹੋਵੇਗੀ ਦੀਪ ਸਿੱਧੂ ਦੀ। ਜੀ ਹਾਂ, ਦੀਪ ਸਿੱਧੂ ਪੁਲਿਸ ਦੀ ਗਿਰਫਤ ਦੇ ਵਿੱਚ ਹੈ, ਰਿਮਾਂਡ ਤੇ ਰਿਮਾਂਡ ਪੁਲਿਸ ਲੈ ਰਹੀ ਹੈ।
ਥੋੜੀ ਦੇਰ ਦੇ ਵਿੱਚ ਦੀਪ ਸਿੱਧੂ ਦੀ ਕੋਰਟ ਦੇ ਵਿੱਚ ਪੇਸ਼ੀ ਹੋਣ ਜਾ ਰਹੀ ਹੈ। 30,000 ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੀਪ ਸਿੱਧੂ ਨੂੰ। ਇਹ ਵੀ ਦਿਨ ਦੀ ਵੱਡੀ ਖਬਰ ਹੈ। ਦੇਖਣਾ ਹੋਵੇਗਾ ਕਿ ਦੀਪ ਸਿੱਧੂ ਨੂੰ ਮੁੜ ਤੋਂ ਰਿਮਾਂਡ ਦੇ ਉੱਤੇ ਅਦਾਲਤ ਦੇ ਵੱਲੋਂ ਭੇਜਿਆ ਜਾਂਦਾ ਹੈ ਜਾਂ ਨਹੀਂ। ਤੁਹਾਨੂੰ ਦੱਸ ਦਈਏ ਕਿ ਅੱਜ ਖਤਮ ਹੋ ਰਿਹਾ ਦੀਪ ਸਿੱਧੂ ਦਾ 7 ਦਿਨ ਦਾ ਪੁਲਿਸ ਰਿਮਾਂਡ। ਹੋਰ ਰਿਮਾਂਡ ਦੀ ਮੰਗ ਪੁਲਿਸ ਦੇ ਵੱਲੋਂ ਕ੍ਰਾਈਮ ਬ੍ਰਾਂਚ ਦੇ ਵੱਲੋਂ ਕੀਤੀ ਜਾ ਸਕਦੀ ਹੈ। 9 ਤਰੀਕ ਨੂੰ ਜ਼ੀਰਕਪੁਰ ਤੋਂ ਗ੍ਰਿਫਤਾਰ ਕਰਕੇ ਲੈ ਗਈ ਸੀ ਦਿੱਲੀ ਪੁਲਿਸ। ਇਹ ਵੀ ਤੁਹਾਨੂੰ ਦੱਸ ਦਈਏ ਕਿ 2 ਵਾਰੀ ਰਿਮਾਂਡ 7-7 ਦਿਨਾਂ ਦਾ 2 ਵਾਰੀ ਪੁਲਿਸ ਰਿਮਾਂਡ ਮਿਲ ਚੁੱਕਾ ਹੈ, ਤਾਂ ਇੱਕ ਵਾਰੀ ਫਿਰ ਤੋਂ ਰਿਮਾਂਡ ਦੀ ਮੰਗ ਦਿੱਲੀ ਪੁਲਿਸ ਦੇ ਕ੍ਰਾਈਮ ਬ੍ਰਾਂਚ ਦੇ ਵੱਲੋਂ ਕੀਤੀ ਜਾ ਸਕਦੀ ਹੈ। ਹਾਲਾਂਕਿ ਦੇਖਣਾ ਹੋਵੇਗਾ ਕਿ ਦੀਪ ਸਿੱਧੂ ਨੂੰ ਮੁੜ ਤੋਂ ਅਦਾਲਤ ਭੇਜਦੀ ਹੈ ਰਿਮਾਂਡ ਦੇ ਉੱਤੇ ਜਾਂ ਫਿਰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਦੀਪ ਸਿੱਧੂ ਦੇ ਉੱਤੇ 26 ਜਨਵਰੀ ਨੂੰ ਹਿੰਸਾ ਭੜਕਾਉਣ ਦਾ ਇਲਜ਼ਾਮ ਹੈ। 9 ਫਰਵਰੀ ਨੂੰ ਜ਼ੀਰਕਪੁਰ ਤੋਂ ਗ੍ਰਿਫਤਾਰੀ ਹੋਈ ਸੀ। ਦੀਪ ਸਿੱਧੂ ਉੱਤੇ ਵੀ 1 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਸਿੱਧਾ ਰੁਖ ਕਰਦੇ ਹਾਂ ਦਿੱਲੀ ਦਾ। ਸਾਡੇ ਸਹਿਯੋਗੀ सुशील पांडे इस समय साढ़े नाल ने 30,000 कोर्ट तो। सुशील, जानना चाहेंगे आपके पास क्या कुछ इस समय इंफॉर्मेशन दीप सिद्धू को लेकर? जी देखिए, दीप सिद्धू को लेकर क्राइम ब्रांच कभी भी उनको कोर्ट में पेश कर सकती है। 7 दिन की यानी उनको पुलिस कस्टडी पिछली बार दी गई थी, यानी कि टोटल अगर बात करें तो 14 दिन की जो पुलिस रिमांड है वो फिलहाल पुलिस ले चुकी है। लेकिन इस मामले में अगर पुलिस को लगता है आज जब पेश किए जाएंगे दीप सिद्धू तो इस पूरे मामले में किसी भी आरोपी के साथ कन्फ्रंट करवाना है या नहीं करवाना है, इसको लेकर बहस करेंगे। लेकिन अगर कन्फ्रंट नहीं करवाना होगा स्पेशल सेल को तो निश्चित रूप से दीप सिद्धू को न्यायिक हिरासत में भेज दिया जाएगा तिहाड़। फिलहाल अभी वो स्पेशल सेल की कस्टडी में है और ये उम्मीद लगाई जा रही है कि लगभग 12 बजे के आसपास स्पेशल सेल के अधिकारियों के द्वारा उनको कोर्ट में पेश किया जाएगा और क्या कुछ दलीलें होंगी ये जब उनको पेश किया जाएगा तब सामने निकल कर आएगा। सुशील, क्योंकि ब्यौरा तो देना होगा अदालत में भी कि आपने 7 दिन की रिमांड में क्या कुछ हासिल कर लिया, क्या कुछ पूछ पड़ताल कर ली, इसके बारे में आपके पास कोई जानकारी है? क्योंकि लाल किले भी लेकर पहुंची थी, रिक्रिएशन वहां पर करवाया गया था, यह भी जानकारी निकलकर सामने आई। 7 दिन की 2 बार रिमांड के बाद 14 दिन की रिमांड के बाद पुलिस के हाथ कुछ लगा अभी तक? जी बिल्कुल, देखिए इकबाल सिंह से जो पूछताछ की बात कही गई थी वो बात दिल्ली पुलिस जरूर ये कहेगी और दिल्ली पुलिस ये भी बताएगी कि दीप सिद्धू के साथ तमाम जो आरोपी पकड़े गए हैं उनमें से लेकर जो फिलहाल लाल किले पर हंगामा हुआ है उस हंगामे में कौन कौन लोग इन्वॉल्व हैं, इन तमाम चीजों की बातें फिलहाल कोर्ट के सामने रखी जाएगी। लेकिन चूंकि 14 दिन का जो रिमांड है वो पूरा हो गया है और ऐसे में उम्मीद बहुत कम है कि आज दिल्ली पुलिस दीप सिद्धू को लेकर जुडिशियल कस्टडी पुलिस कस्टडी की मांग करे तो हो सकता है दीप सिद्धू को आज कोर्ट के द्वारा न्यायिक हिरासत में भेजा जाए। लेकिन सबसे महत्वपूर्ण बात है कि इसमें 2 और आरोपियों को अरेस्ट किया है स्पेशल सेल के अधिकारियों के द्वारा। तो ये कहीं ना कहीं स्पेशल सेल ये जरूर बोल सकती है कि दीप सिद्धू को अभी भी उन तमाम आरोपियों के साथ बैठाकर पूछताछ करनी है। लेकिन जो तमाम बातें हैं कि भारत के खिलाफ साजिश रचने के लिए जिस तरह दीप सिद्धू तमाम लोगों के साथ मिलकर एक बड़ी रणनीति बना रहे थे, उस पीछे कौन लोग हैं, मनी ट्रेल कहां से आ रहा है, इसके पीछे किन किन लोगों ने उन्हें सपोर्ट किया है, ये तमाम बातें जो है वो कोर्ट के सामने रखी जाएंगी। शुक्रिया, धन्यवाद। तुसीं नजर बनाए रखो, अपडेट तुहाडे तो लेंदे रहांगे। सुशील पांडे साडे सहयोगी दिल्ली 30,000 कोर्ट दे विच मौजूद ने। दीप सिद्धू नूं लैके जो भी अपडेट आएगा सब तो पहला न्यूज़ 18 पंजाब दे उत्ते तुहानूं मिलेगा, साडे दर्शकां तक पहुंचेगा। सुशील पांडे सानूं हर एक पल दी अपडेट देणगे कि अज अदालत दे विच हुंदा की है। तां दीप सिद्धू अदालत दे विच कुछ ही पलां दे विच पेश किया जाएगा 30,000 कोर्ट दिल्ली दे विच ते उत्थे साफ होएगा कि दीप सिद्धू हुण न्यायिक हिरासत च एक बारी फिर तो पुलिस रिमांड। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। गिरफ्तारियां का दौर जारी है, जहां 26 जनवरी के पूरे घटनाक्रम तो बाद एक्शन दे विच है दिल्ली पुलिस की क्राइम ब्रांच। 2 मुलजमां नूं होर गिरफ्तार किया गया। 2 मुलजमां नूं जम्मू तो गिरफ्तार किया गया। गिरफ्त दे विच ने मोहिंदर सिंह और मनदीप सिंह। 26 जनवरी नूं लाल किले दे उत्ते हिंसा भड़काउण दे इल्जाम ने। जम्मू दे ही रहण वाले ने दोवें मुलजम जिन्हां नूं काबू कर लिया गया। यह पिछले 24 घंटिਆਂ ਦੇ ਵਿੱਚ ਤੀਜੀ गिरफ्तारी है जो दसी जा रही है, ਜਿਹੜੀ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਜੋ ਘਟਨਾਕ੍ਰਮ ਵਾਪਰਿਆ ਉਸ ਤੋਂ ਬਾਅਦ ਲਗਾਤਾਰ ਮਾਮਲੇ ਦਰਜ ਹੋਏ ਨੇ। ਮਾਮਲਿਆਂ 'ਚ गिरफ्तारियां लगातार ਹੋਈਆਂ ਨੇ ਤੇ ਐਕਸ਼ਨ ਦੇ ਵਿੱਚ ਕ੍ਰਾਈਮ ਬ੍ਰਾਂਚ ਜ਼ਰੂਰ ਹੈ। ਇੱਕ ਵਾਰ ਫਿਰ ਤੋਂ ਰੁਕ ਕਰਦੇ ਹਾਂ ਦਿੱਲੀ ਤੋਂ। शंकर आनंद साडे सहयोगी साडे नाल जुड़ रहे हैं। शंकर, गिरफ्तारियों का दौर जारी है, 2 गिरफ्तारियां जम्मू से, क्या कुछ इंफॉर्मेशन आपके पास? देखिए, दिल्ली पुलिस ने जिस तरह से दिल्ली पुलिस की क्राइम ब्रांच ने जी 26 जनवरी को लाल किला के अंदर हुए उग्र हिंसा मामले में 2 आरोपियों को गिरफ्तार किया है। और ये जो गिरफ्तारी हुई है इसमें आरोपी का नाम है मोहिंदर सिंह और दूसरे आरोपी का नाम है मनदीप सिंह। दोनों ये जम्मू के रहने वाले हैं और मोहिंदर सिंह का जो पूरा नाम है मोहिंदर सिंह खालसा और ये जम्मू कश्मीर यूनाइटेड फ्रंट ऑर्गेनाइजेशन के
हेड भी है। और इन दोनों पर जो आरोप लगा था कि लाल किला के अंदर में जो उग्र हिंसा हुई थी उस वक्त में ये दोनों वहां पे मौजूद थे। तो अब क्राइम ब्रांच इस मामले पर जानने का प्रयास करेगी कि आखिर ये दोनों लाल किला के अंदर कैसे पहुंचे, क्या इसकी मंशा रही थी, किसके कहने पर, किसके इशारे पे ये दोनों यहाँ पे पहुंचे थे, और उसके बाद जब हिंसा हुई उसके बाद ये लोग कहाँ छुपके रहे और उसके बाद किस तरह से जम्मू तक पहुंचे। तो इस मामले पर आज विस्तार से इन दोनों से पूछताछ की जाएगी, लेकिन उसके पहले इसे आज स्थानीय कोर्ट में पेश किया जाएगा और कोर्ट में पेश करने के बाद विस्तार से पहले उसकी रिमांड ली जाएगी, उसके बाद इस मामले पर आगे विस्तार से पूछताछ की जाएगी। मामला काफी संगीन है और इस मामले की गंभीरता को देखते हुए इन दोनों को कल गिरफ्तार किया गया है और क्राइम ब्रांच की टीम आज इसे फिर स्थानीय कोर्ट में पेश करेगी। और जिस तरह से आरोप की बात करें तो इन दोनों पर जिस तरह से जो कोतवाली थाने में एक एफआईआर रजिस्टर्ड हुआ था 96/21, इस मामले में जो 27 तारीख को यानी कि उग्र हिंसा के ठीक अगले दिन में ये रजिस्टर्ड हुआ था और इस मामले में आगे की तफ्तीश की जाएगी और इस मामले पर विस्तार से पूछताछ की जाएगी। जी शुक्रिया शंकर, धन्यवाद साना जुड़न दे लई। इस पूरी गलबात लई गिरफ्तारियां ਦਾ ਦੌਰ ਲਗਾਤਾਰ ਜਾਰੀ ਹੈ। ਜਿਵੇਂ ਅਸੀਂ ਤੁਹਾਨੂੰ ਦੱਸਿਆ ਜੰਮੂ ਤੋਂ 2 गिरफ्तारियां ਹੋਈਆਂ ਨੇ ਦਿੱਲੀ ਪੁਲਿਸ ਨੇ, ਜੋ ਕ੍ਰਾਈਮ ਬ੍ਰਾਂਚ ਨੇ ਕੀਤੀਆਂ ਨੇ ਤੇ ਵੱਖ-ਵੱਖ ਟੀਮਾਂ ਵੱਖ-ਵੱਖ ਥਾਵਾਂ ਦੇ ਉੱਤੇ ਲਗਾਤਾਰ ਛਾਪੇਮਾਰੀਆਂ ਵੀ ਕਰ ਰਹੀਆਂ ਨੇ। ਪਰ ਇਸ ਸਭ ਦੇ ਵਿਚਾਲੇ ਅੱਜ ਨਜ਼ਰ ਲੱਖਾ ਸਿਧਾਣਾ ਦੇ ਉੱਤੇ ਹੀ ਹੈ। ਬਠਿੰਡਾ ਦੇ ਮਹਾਰਾਜ ਦੇ ਵਿੱਚ ਰੈਲੀ, ਕਿਉਂਕਿ ਲੱਖਾ ਸਿਧਾਣਾ ਵੀ ਵਾਂਟਡ ਹੈ ਦਿੱਲੀ ਪੁਲਿਸ ਦੇ ਲਈ, ਕ੍ਰਾਈਮ ਬ੍ਰਾਂਚ ਦੇ ਲਈ। ਉਸ ਦੇ ਉੱਤੇ ਲੱਖਾ ਸਿਧਾਣਾ ਦੇ ਉੱਤੇ 1 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਗਿਆ ਹੈ। ਦੇਖਣਾ ਹੋਵੇਗਾ ਕਿ ਅੱਜ ਬਠਿੰਡਾ ਦੇ ਮਹਾਰਾਜ ਦੇ ਵਿੱਚ ਕੀ ਹੁੰਦਾ। ਪਰ ਇਸ ਸਭ ਦੇ ਵਿਚਾਲੇ एक्शन च लाजमी तौर पर दिल्ली पुलिस की क्राइम ब्रांच नजर आ रही है। तो 2 मुलजमां नूं जम्मू तो गिरफ्तार किया गया है। तुहानूं जानकारी असीं दे रहे हैं ते इस सब दे विचाले तुहानूं दस दईए कि 3 गिरफ्तारियां पिछले कुछ समय दे विच होईयां ने, करीब 24 घंटिਆਂ ਦੇ ਵਿੱਚ, जिन्हां ਦੀ ਪਛਾਣ ਮੋਹਿੰਦਰ ਸਿੰਘ ਅਤੇ ਮਨਦੀਪ ਸਿੰਘ ਦੇ ਤੌਰ ਦੇ ਉੱਤੇ ਹੋਈ ਹੈ। ਜਦੋਂ ਕਿ ਕੱਲ ਜਸਪ੍ਰੀਤ ਸਿੰਘ ਨਾਮ ਦੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। 26 ਜਨਵਰੀ ਨੂੰ ਜਸਪ੍ਰੀਤ ਲਾਲ ਕਿਲੇ ਦੇ ਗੁੰਬਦ ਦੇ ਉੱਤੇ ਚੜ ਗਿਆ ਸੀ ਤੇ 3 ਤਸਵੀਰਾਂ ਨੇ, 3 ਮੁਲਜ਼ਮ ਜਿਹੜੇ ਕਾਬੂ ਕੀਤੇ ਗਏ ਨੇ। ਹਾਲਾਂਕਿ ਜਿਹੜੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਉਹਨਾਂ ਦੀ ਲਿਸਟ ਬਹੁਤ ਲੰਬੀ ਹੈ। ਤਕਰੀਬਨ 200 ਜਿਹੜੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਸੀ। ਜੇ ਮੈਂ ਜ਼ਿਕਰ ਗੱਲ ਕਰਾਂ ਜਿਹੜੀ ਗੁਜਰਾਤ ਦੀ ਫੋਰੈਂਸਿਕ ਟੀਮ ਹੈ ਉਸ ਦੇ ਵੱਲੋਂ ਸੌਂਪੀਆਂ ਗਈਆਂ ਸੀ ਦਿੱਲੀ ਪੁਲਿਸ ਨੂੰ। करीब 200 ਲੋਕਾਂ ਦੀਆਂ ਤਸਵੀਰਾਂ ਸੀ ਜਿਹੜੇ ਮੁਲਜ਼ਮ ਬਣਾਏ ਗਏ ਨੇ ਪੂਰੇ ਮਾਮਲੇ ਦੇ ਵਿੱਚ ਤੇ 3 ਦਿਖਾ ਰਹੇ ਹਾਂ ਅਸੀਂ ਤੁਹਾਨੂੰ। ਕਰੀਬ ਪਿਛਲੇ 24 ਘੰਟਿਆਂ ਦੇ ਵਿੱਚ ਇਹ ਗ੍ਰਿਫਤਾਰੀਆਂ ਹੋਈਆਂ ਨੇ। ਦਿੱਲੀ ਤੋਂ ਗ੍ਰਿਫਤਾਰ ਹੋਇਆ ਜਸਪ੍ਰੀਤ ਸਿੰਘ, ਮਨਦੀਪ ਸਿੰਘ ਤੇ ਮੋਹਿੰਦਰ ਸਿੰਘ ਜੰਮੂ ਤੋਂ ਗ੍ਰਿਫਤਾਰ ਕੀਤੇ ਗਏ ਨੇ। ਹੁਣ ਅੱਗੇ ਵਧਦੇ ਤੇ ਗੱਲ ਹੋਵੇਗੀ ਮਹਿੰਗਾਈ ਦੀ। ਜੀ ਹਾਂ, ਪੈਟਰੋਲ ਦੀ, ਡੀਜ਼ਲ ਦੀ। ਤੇ ਪੈਟਰੋਲ ਤੇ ਡੀਜ਼ਲ ਨੂੰ ਲੈ ਕੇ ਇਸ ਸਮੇਂ ਵੱਡੀ ਖਬਰ ਹੈ ਕਿ 2 ਦਿਨ ਦੀ ਰਾਹਤ ਤੋਂ ਬਾਅਦ ਇੱਕ ਵਾਰ ਫਿਰ ਤੋਂ ਵਧੇ ਨੇ ਪੈਟਰੋਲ ਤੇ ਡੀਜ਼ਲ ਦੇ ਰੇਟ। ਪੈਟਰੋਲ 25 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ, ਡੀਜ਼ਲ 35 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ। ਰੇਟ ਲਗਾਤਾਰ ਵਧਦੇ ਹੋਏ, ਮੈਂ ਪੰਜਾਬ ਦਾ ਜ਼ਿਕਰ ਕਰਾਂ ਤਾਂ ਪੰਜਾਬ 'ਚ ਤਕਰੀਬਨ ਪੂਰੇ ਪੰਜਾਬ ਦੇ ਵਿੱਚ 92 ਰੁਪਏ ਹੋ ਚੁੱਕਾ ਹੈ। ਜੇ ਪੈਟਰੋਲ ਦਾ ਸੀ ਰੇਟ ਦਾ ਜ਼ਿਕਰ ਕਰਿਆ ਤਾਂ 82 ਰੁਪਏ ਡੀਜ਼ਲ ਦਾ ਰੇਟ ਵੀ ਟੱਪ ਚੁੱਕਾ ਹੈ ਪੰਜਾਬ ਦੇ ਵਿੱਚ। ਵੱਡੀ ਖਬਰ ਅੱਜ ਦੇ ਦਿਨ ਦੀ, ਪੈਟਰੋਲ ਡੀਜ਼ਲ ਦੇ ਰੇਟ ਲਗਾਤਾਰ ਵਧ ਰਹੇ ਨੇ। ਇੱਕ ਪਾਸੇ ਸਿਆਸਤ ਹੋ ਰਹੀ ਹੈ, ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੈਟਰੋਲ ਡੀਜ਼ਲ ਦੇ ਰੇਟਾਂ ਦੇ ਵਿੱਚ ਸਾਨੂੰ ਰਾਹਤ ਦਿਵੋ, ਤਾਂ ਦੂਜੇ ਪਾਸੇ ਪੈਟਰੋਲ ਡੀਜ਼ਲ ਦੇ ਰੇਟ ਲਗਾਤਾਰ ਵਧ ਰਹੇ ਨੇ। ਸਰਕਾਰ ਦਾ ਤਰਕ ਕੀ ਹੈ ਉਹ ਵੀ ਦੱਸਣਾ ਜ਼ਰੂਰੀ ਹੈ। ਸਰਕਾਰ ਦਾ ਤਰਕ ਇਹ ਹੈ ਕਿ ਕੰਟਰੋਲ ਸਰਕਾਰ ਦਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਉੱਤੇ ਹੈ ਹੀ ਨਹੀਂ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੈਅ ਕਰਦੀਆਂ ਨੇ ਪੈਟਰੋਲੀਅਮ ਕੰਪਨੀਆਂ ਤੇ ਇਸ ਵਿਚਾਲੇ ਆਮ ਲੋਕਾਂ ਦੇ ਉੱਤੇ ਬੋਝ ਪੈ ਰਿਹਾ ਹੈ। ਆਮ ਲੋਕ ਤਰਾਹੀਮਾਮ ਕਦੇ ਨਾ ਕਿਤੇ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਪੈਟਰੋਲ ਦੇ ਰੇਟ ਪੰਜਾਬ ਦੇ ਵਿੱਚ ਜੇਕਰ 92 ਰੁਪਏ ਲੀਟਰ ਨੇ ਤਾਂ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ 100 ਰੁਪਏ ਤੱਕ ਪੈਟਰੋਲ ਦਾ ਸੈਂਚੁਰੀ ਮਾਰ ਚੁੱਕਿਆ ਪੈਟਰੋਲ। ਪੰਜਾਬ ਦੇ ਗੁਆਂਢੀ ਸੂਬੇ, ਜੇਕਰ ਮੈਂ ਰਾਜਸਥਾਨ ਦਾ ਜ਼ਿਕਰ ਕਰ ਲਵਾਂ ਤਾਂ ਸ਼੍ਰੀ ਗੰਗਾਨਗਰ ਦੇਸ਼ ਦੇ ਵਿੱਚ ਸਭ ਤੋਂ ਮਹਿੰਗਾ ਪੈਟਰੋਲ ਜਿੱਥੇ ਮਿਲ ਰਿਹਾ ਹੈ ਇਸ ਸਮੇਂ, ਉਸ ਲਿਸਟ ਦੇ ਵਿੱਚ ਪਹਿਲੀ ਕਤਾਰ ਦੇ ਵਿੱਚ ਸ਼੍ਰੀ ਗੰਗਾਨਗਰ ਦਾ ਨਾਮ ਆਉਂਦਾ ਹੈ। 100 ਰੁਪਏ ਤੋਂ ਉੱਪਰ ਪ੍ਰੀमियम पेट्रोल पहुंच चुका है। दिन पे दिन बढ़ रहे हैं, दिन पे दिन डेली, हर दिन के लिए गैस जो इसके डेली परेशान है इंसान। है पेट्रोल, पैसा है नहीं है उनको तो डाल रहे हैं, नहीं तो जा नहीं सकते। सरकार से ये कहना चाहते हैं कि पेट्रोल के और उसके सबके भाव कम करो। पेट्रोल के भाव बढ़ रहे हैं, ये तो काफ़ी निराशाजनक बात है। जैसा हमने देखा गया था कि सरकार द्वारा आश्वासन भी दिया गया था कि पेट्रोल के भाव कम होंगे और जो पुराने पेट्रोल के भाव बढ़े थे उस समय उसकी आलोचना भी की गई थी।
परंतु अगर ये जो पेट्रोल के भाव बढ़ रहे हैं, इस आम नागरिक की ज़रूरत है, ऐसा नहीं होना चाहिए। मैनेज कुछ नहीं करते, अब डिलीवरी करता हूँ मैं तो मुझे पैसा मिलता है 2 रुपये प्रति किलोमीटर पे, तो उसको मैनेज करके चलाना पड़ता है जैसे तैसे। अब चल तो पाता नहीं है, वैसे कर रहा है, मैनेज करना पड़ रहा है। तब चाहते ये कि पेट्रोल थोड़ा सस्ता हो, समझो 60-70 रुपये हो, ज़्यादा महंगा है। ਤੇ ਪੈਟਰੋਲ ਡੀਜ਼ਲ ਦੇ ਰੇਟ ਲਗਾਤਾਰ ਵਧ ਰਹੇ ਨੇ ਤੇ ਇਸ ਵਿਚਾਲੇ ਲੋਕਾਂ ਦੇ ਵੱਲੋਂ ਅਪੀਲ ਸਰਕਾਰ ਨੂੰ ਕਿ ਇਸ ਦੇ ਵਿੱਚ ਰਾਹਤ ਦਿਵੋ। ਸਰਕਾਰ ਦਾ ਤਰਕ ਹੈ ਕਿ ਅਸੀਂ ਤਾਂ ਵਧਾ ਹੀ ਨਹੀਂ ਰਹੇ, ਪੈਟਰੋਲ ਕੰਪਨੀਆਂ ਵਧਾ ਰਹੀਆਂ ਨੇ, ਪਰ ਇਸ ਸਭ ਦੇ ਵਿਚਾਲੇ ਆਮ ਲੋਕ ਇਹ ਸਮਝਣਾ ਚਾਹੁੰਦੇ ਨੇ ਕਿ ਜੇ ਪੈਟਰੋਲੀਅਮ ਕੰਪਨੀਆਂ ਵਧਾ ਰਹੀਆਂ ਨੇ ਤਾਂ ਫਿਰ ਉਹਨਾਂ ਦੇ ਉੱਤੇ ਲਗਾਮ ਕੌਣ ਲਗਾਏਗਾ। ਅਸੀਂ ਰੁਕ ਕਰਾਂਗੇ ਵੱਖ-ਵੱਖ ਥਾਵਾਂ ਦਾ, ਉੱਥੇ ਲੋਕ ਕੀ ਸੋਚ ਰਹੇ ਨੇ ਪੈਟਰੋਲ ਦੇ ਵੱਧਦੇ ਰੇਟਾਂ ਨੂੰ ਲੈ ਕੇ, ਉੱਥੇ ਰੇਟ ਕੀ ਉਹ ਵੀ ਤੁਹਾਨੂੰ ਦੱਸਾਂਗੇ। 3 ਥਾਵਾਂ ਤੋਂ ਸਾਡੇ ਸਹਿਯੋਗੀ ਸਾਡੇ ਨਾਲ ਜੁੜਨਗੇ, ਲੁਧਿਆਣਾ, ਜਲੰਧਰ, ਅੰਮ੍ਰਿਤਸਰ। ਲੁਧਿਆਣਾ ਤੋਂ ਜਸਵੀਰ ਬਰਾੜ ਨੇ ਸਾਡੇ ਨਾਲ ਜਲੰਧਰ ਤੋਂ ਸੁਰਿੰਦਰ ਕੰਬੋਜ, ਸਾਡੇ ਨਾਲ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਜੁੜ ਰਹੇ ਨੇ। ਸਿੱਧਾ ਰੁਕ ਕਰਦੇ ਹਾਂ ਪਹਿਲਾਂ ਲੁਧਿਆਣਾ ਦਾ, ਜਸਵੀਰ ਬਰਾੜ ਦਾ। ਜਸਵੀਰ, ਲੁਧਿਆਣਾ ਦਾ ਹਾਲ ਦੱਸੋ ਜ਼ਰਾ, ਪੈਟਰੋਲ ਦਾ ਰੇਟ ਕੀ ਅੱਜ ਦਾ, ਡੀਜ਼ਲ ਦਾ ਰੇਟ ਕੀ ਅੱਜ ਦਾ, ਲੋਕਾਂ ਨੂੰ ਕਿੰਨੀ ਕੁ ਦਿੱਕਤ ਹੋ ਰਹੀ ਹੈ? 25 ਪੈਸੇ ਵਧਿਆ, ਸਰਕਾਰ ਦਾ ਇਹ ਤਰਕ ਹੋ ਸਕਦਾ ਕਿ 25 ਪੈਸੇ ਵਧਿਆ, ਫਿਰ ਕੀ ਹੋ ਗਿਆ? 25 ਪੈਸੇ ਬਹੁਤ ਜ਼ਿਆਦਾ ਨਹੀਂ ਹੁੰਦੇ, ਇਹ ਤਰਕ ਹੋ ਸਕਦਾ ਹੈ। ਕੀ ਕਹਿਣਾ ਲੋਕਾਂ ਦਾ ਪੈਟਰੋਲ ਦੇ ਵਧੇ ਰੇਟ ਨੂੰ ਲੈ ਕੇ? ਜਸਵੀਰ, ਜੇਕਰ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਦੀ, ਮੈਂ ਰੁਕ ਕਰਾਂਗਾ ਜਸਵੀਰ ਦਾ, ਪਰ ਪਹਿਲਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਹੁਣ ਜਲੰਧਰ, ਸੁਰਿੰਦਰ ਕੰਬੋਜ ਦਾ ਰੁਕ ਕਰਦੇ ਹਾਂ। ਸੁਰਿੰਦਰ, ਜੇਕਰ ਮੇਰੀ ਆਵਾਜ਼ ਆ ਰਹੀ ਹੈ, ਪੈਟਰੋਲ ਦਾ ਰੇਟ ਵੀ ਦੱਸੋ ਜਲੰਧਰ ਦੇ ਵਿੱਚ ਇਸ ਸਮੇਂ ਕਿੰਨਾ ਹੋ ਚੁੱਲਾ ਹੈ ਤੇ ਲੋਕਾਂ ਦਾ ਕੀ ਕਹਿਣਾ ਹੈ, ਕਿਉਂਕਿ ਰੇਟ ਜਦੋਂ ਵੱਧ ਰਹੇ ਨੇ ਤਾਂ ਫਿਰ ਦਿੱਕਤ ਆ ਰਹੀ ਹੋਏਗੀ। ਕੀ ਕੁਝ ਕਹਿਣਾ ਹੈ ਪੈਟਰੋਲ ਦੇ ਵੱਧਦੇ ਰੇਟ ਨੂੰ ਲੈ ਕੇ ਜਲੰਧਰ ਵਾਸੀਆਂ ਦਾ? ਸੁਰਿੰਦਰ। ਬਿਲਕੁਲ ਗੌਰਵ, ਜਿੱਦਾਂ ਕਿ ਪੈਟਰੋਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। 12 ਦਿਨ ਪਿਛਲੇ ਦੇਖੇ ਜਾਏ, 12 ਦਿਨ ਲਗਾਤਾਰ ਤੇਲ ਦੇ ਜਿਹੜੇ ਤੇਲ ਸੀਗੇ ਦਾਮ ਸੀਗੇ ਉਹ ਵਧੇ ਸੀਗੇ, ਔਰ 2 ਦਿਨ ਰਾਹਤ ਜ਼ਰੂਰ ਰਹੀ ਆ। ਅੱਜ ਦਾ ਜੇ ਰੇਟ ਦੀ ਗੱਲ ਕਰੀਏ ਪੈਟਰੋਲ ਡੀਜ਼ਲ ਦੇ ਰੇਟ ਦੀ, ਤੇ ਅੱਜ 91 ਰੁਪਏ 90 ਪੈਸੇ ਪੈਟਰੋਲ ਦਾ ਰੇਟ ਹੋ ਚੁੱਕਾ, ਔਰ 83 ਰੁਪਏ 5 ਪੈਸੇ ਜਿਹੜਾ ਡੀਜ਼ਲ ਦਾ ਰੇਟ ਹੋ ਚੁੱਕਾ ਆ। ਔਰ ਲਗਾਤਾਰ ਕੀਮਤਾਂ ਜਿਹੜੀਆਂ ਹੈਗੀਆਂ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਜਾ ਰਹੀਆਂ ਨੇ, ਔਰ ਇਸ ਦੇ ਨਾਲ ਨਾਲ ਜਿਹੜੀ ਮਹਿੰਗਾਈ ਦੀ ਦਰ ਹੈ ਉਹ ਵੀ ਹੌਲੀ ਹੌਲੀ ਵੱਧਦੀ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਪੈਟਰੋਲ ਡੀਜ਼ਲ ਜਾਂ ਸਬਜ਼ੀਆਂ ਦੀ ਗੱਲ ਕਰੀਏ, ਇਹਨਾਂ ਦਿਨਾਂ ਦੇ ਵਿੱਚ ਸਬਜ਼ੀਆਂ ਦੇ ਰੇਟ ਜਿਹੜੇ 10 ਤੋਂ 12 ਜਾਂ 15 ਰੁਪਏ ਹੁੰਦੇ ਸੀਗੇ, ਪਰ ਹੁਣ ਅੱਜ ਦੀ ਗੱਲ ਕਰੀਏ ਜਿਹੜੇ ਸਬਜ਼ੀਆਂ ਦੇ ਰੇਟ ਹੈਗੇ ਉਹ 15 ਤੋਂ ਵੱਧ ਕੇ 20, 25, 30 ਤੱਕ ਚਲੇ ਗਏ। ਇਹ ਸਿੱਧਾ ਅਸਰ ਜਿਹੜਾ ਹੈਗਾ ਡੀਜ਼ਲ ਦਾ ਰੇਟ ਵਧਿਆ ਹੈਗਾ ਉਹਦੇ ਨਾਲ ਹੋਇਆ ਹੈਗਾ। ਔਰ ਸਾਡੇ ਨਾਲ ਕੁਝ ਨੌਜਵਾਨ ਮੁੰਡੇ ਜੁੜੇ ਹੈਗੇ, ਉਹਨਾਂ ਨਾਲ ਗੱਲ ਕਰਦੇ। ਸਰ, ਤੇਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ, ਕੀ ਕਹਿਣਾ ਤੁਹਾਡਾ? ਬਹੁਤ ਬੁਰਾ ਹਾਲ ਆ। 91 ਰੁਪਏ ਲੀਟਰ ਤੇਲ ਹੋ ਗਿਆ ਤੇ ਬਹੁਤ ਔਖਾ, ਜੇਬ ਤੇ ਬਹੁਤ ਬੁਰਾ ਲੱਗਦਾ, ਬਜਟ 'ਚ ਬਹੁਤ ਫਰਕ ਪੈ ਰਿਹਾ। ਸੈਲਰੀਆਂ ਉਨੀਆਂ ਗਈਆਂ ਨਾ ਵੱਧ ਰਹੀਆਂ, ਕੀ ਕਰਨਾ। ਕਿਚਨ ਮਹਿੰਗੀ ਹੋ ਗਈ ਹੈ, ਘਰ ਦਾ ਸਮਾਨ, ਦਾਲਾਂ, ਸਬਜ਼ੀਆਂ, ਹਰ ਚੀਜ਼ ਮਹਿੰਗੀ ਹੋ ਰਹੀ ਹੈ। ਜਿਹੜੀ 10-15 ਰੁਪਏ ਦੀ ਚੀਜ਼ ਮਿਲਦੀ ਸੀ ਕਿਲੋ, ਹੁਣ 25 ਤੋਂ 30 ਰੁਪਏ ਮਿਲ ਰਹੀ ਹੈ। ਬਹੁਤ ਬੁਰਾ ਹਾਲ ਆ, ਮਹਿੰਗਾਈ 'ਚ ਕੱਟਣਾ ਔਖਾ ਹੈ। ਸਰਕਾਰ ਲਗਾਤਾਰ ਫੇਲ ਹੋ ਰਹੀ ਹੈ। ਸਰਕਾਰਾਂ ਦਾ ਕਹਿਣਾ ਹੈਗਾ ਵੀ ਅਸੀਂ ਨਹੀਂ ਵਧਾ ਰਹੇ, ਪੈਟਰੋਲੀਅਮ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਰੇਟ ਜਿਹੜੇ ਹੈਗੇ ਉਹ ਇਨਕਰੀਜ਼ ਕਰ ਰਹੇ, ਉਹ ਵਧਾ ਰਹੇ। ਪਰ ਦਾਰੋਮਦਾਰ ਤਾਂ ਇਹਨਾਂ ਦੀ ਹੈ, ਸਾਰਾ ਕਰਨ ਵਾਲੇ ਤੇ ਇਹੀ ਹੈ ਕੁਛ। ਇਹਨਾਂ ਨੇ ਕਰਨਾ, ਬਾਜ਼ਾਰ ਦੇ ਹਵਾਲੇ ਵੀ ਇਹਨਾਂ ਨੇ ਕੀਤਾ, ਸਭ ਕੁਛ ਇਹਨਾਂ ਨੇ ਕਰਨਾ। ਪਾਵਰ ਤਾਂ ਇਹਨਾਂ ਕੋਲ ਹੀ, ਇਹਨਾਂ ਨੇ ਕਰਨਾ ਜੋ ਕਰਨਾ। ਇਹਨਾਂ ਨੂੰ ਦੇਖਣਾ ਚਾਹੀਦਾ ਕਿੱਦਾਂ ਸਬਸਿਡੀ ਦੇਣੀ, ਨਹੀਂ ਦੇਣੀ, ਕਿੱਥੇ ਦੇਣੀ, ਕਿੱਥੇ ਨਹੀਂ ਦੇਣੀ। ਹਰ ਚੀਜ਼ ਤੇ ਕੰਟਰੋਲ ਤਾਂ ਸਰਕਾਰ ਨੇ ਕਰਨਾ। ਬਿਲਕੁਲ ਗੌਰਵ, ਜਿੱਦਾਂ ਕਿ ਜਿਹੜੇ ਨੌਜਵਾਨ ਹੈਗੇ ਰੋਜ਼ਮਰਰਾ ਜਿਹੜੇ ਕੰਮ ਜਾਂਦੇ ਹੈਗੇ ਆ, ਆਪਣੇ ਨੌਕਰੀਆਂ ਪੇਸ਼ੇ ਵਾਲੇ ਵੀ ਹੈਗੇ, ਉਹਨਾਂ ਦਾ ਵੀ ਕਹਿਣਾ ਵੀ ਕਮ ਸੇ ਕਮ ਸਰਕਾਰ ਨੂੰ ਦੇਖਣਾ ਚਾਹੀਦਾ। ਕੰਟਰੋਲ ਆਖਿਰਕਾਰ ਕਿਤੇ ਨਾ ਕਿਤੇ ਸਰਕਾਰ ਦੇ ਹੱਥ ਵਿੱਚ ਹੀ ਆ, ਉਹਨਾਂ ਨੂੰ ਚਾਹੀਦਾ ਵੀ ਇਹਦੇ ਰੇਟ ਜਿਹੜੇ ਹੈਗੇ ਕਿਤੇ ਨਾ ਕਿਤੇ ਘਟਾਉਣ। ਪਰ ਇਸ ਵੇਲੇ ਜਿਹੜਾ ਤੇਲ ਦੀਆਂ ਕੀਮਤਾਂ ਜਿਹੜੀਆਂ ਵਧੀਆਂ ਹੈਗੀਆਂ, ਉਹਦੇ ਨਾਲ ਕਿਤੇ ਨਾ ਕਿਤੇ ਜਿਹੜੀ ਸਬਜ਼ੀ ਮੰਡੀ ਹੈਗੀ ਆ ਉਹਦੇ ਵਿੱਚ ਖਾਸਾ ਅਸਰ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ। ਗੌਰਵ, ਬਿਲਕੁਲ ਲਾਜ਼ਮੀ ਤੌਰ ਤੇ, ਕਿਉਂਕਿ ਇੱਕ ਪਾਸੇ ਸਰਕਾਰ ਦਾ ਤਰਕ ਹੈ ਕਿ ਇਹ ਤਾਂ ਪੈਟਰੋਲੀਅਮ ਕੰਪਨੀਆਂ ਵਧਾ ਰਹੀਆਂ ਨੇ ਰੇਟ, ਪਰ ਦੂਜੇ ਪਾਸੇ ਲੋਕਾਂ ਦਾ ਤਰਕ ਹੈ ਕਿ ਤੁਸੀਂ ਕੰਟਰੋਲ ਕਰੋ ਕਿ ਕਿਵੇਂ ਰੇਟ ਇਸ ਤਰੀਕੇ ਨਾਲ ਵਧਾਉਂਦੀਆਂ ਰਹਿਣਗੀਆਂ ਕੰਪਨੀਆਂ। ਸਵਾਲ ਤਾਂ ਇਹ ਵੀ ਹੈ ਕਿ ਹੋ ਸਕਦਾ ਹੈ ਰੇਟ ਇਸ ਤਰੀਕੇ ਨਾਲ ਵੱਧਦਾ ਬਹੁਤ ਜ਼ਿਆਦਾ ਪਹੁੰਚ ਜਾਏ। ਸਿੱਧਾ ਰੁਕ ਕਰਦੇ ਅਮਿਤ ਸ਼ਰਮਾ ਦਾ, ਅੰਮ੍ਰਿਤਸਰ ਤੋਂ ਸਾਡੇ ਸਹਿਯੋਗੀ ਸਾਡੇ ਨਾਲ ਨੇ। ਅਮਿਤ, ਕੀ ਰੇਟ ਹੈ ਅੰਮ੍ਰਿਤਸਰ ਦੇ ਵਿੱਚ ਪੈਟਰੋਲ ਦਾ? ਲੋਕਾਂ ਦੀ ਪਹੁੰਚ ਤੋਂ ਦੂਰ ਜਿਹੜਾ 50 ਰੁਪਏ ਦਾ ਆਪਣੇ ਬਾਈਕ ਦੇ ਵਿੱਚ ਪੈਟਰੋਲ ਪਾਉਂਦਾ ਸੀ, ਹੁਣ ਤਾਂ ਲੱਗਦਾ ਕਿ ਉਹ ਦਿਨ 'ਚ 3 ਵਾਰੀ ਪਾਉਣਾ ਪਏਗਾ ਜੇਕਰ ਕੋਈ 50 ਦਾ ਪੈਟਰੋਲ ਪਾਉਂਦਾ। ਆਮ ਤੌਰ ਤੇ ਲੋਕ ਇਸ ਤਰੀਕੇ ਨਾਲ ਪੈਟਰੋਲ ਪਾਉਂਦੇ ਨੇ। ਕੀ ਕੁਝ ਕਹਿਣਾ ਹੈ ਅੰਮ੍ਰਿਤਸਰ ਦੇ ਵਿੱਚ ਲੋਕਾਂ ਦਾ ਪੈਟਰੋਲ ਦੀਆਂ ਵਧੀਆਂ ਕੀਮਤਾਂ ਦੇ ਉੱਤੇ? ਅਮਿਤ ਜੀ, ਕਰੋ ਬਿਲਕੁਲ, ਪੈਟਰੋਲ ਅਤੇ ਡੀਜ਼ਲ ਦੇ ਵੱਧਦੇ ਰੇਟਾਂ ਨੇ ਇੱਕ ਵਾਰੀ ਫੇਰ ਲੋਕਾਂ ਦੀ ਮੁਸ਼ਕਲਾਂ ਨੂੰ ਜ਼ਰੂਰ ਵਧਾ ਦਿੱਤਾ ਹੈ। ਅੰਮ੍ਰਿਤਸਰ ਦੇ ਵਿੱਚ ਅਗਰ ਗੱਲ ਕਰੀਏ ਤਾਂ ਪੈਟਰੋਲ ਦਾ ਰੇਟ ਇਸ ਸਮੇਂ 92 ਰੁਪਏ 39 ਪੈਸੇ ਹੈ, ਜਿਹੜੇ ਕਿ ਕੱਲ 92 ਰੁਪਏ 5 ਪੈਸੇ ਸੀ। ਲਗਭਗ 35 ਪੈਸੇ ਪੈਟਰੋਲ ਅਤੇ 35 ਪੈਸੇ ਹੀ ਡੀਜ਼ਲ ਦਾ ਰੇਟ ਵਧਿਆ ਹੈ। 83 ਰੁਪਏ 50 ਪੈਸੇ ਅੱਜ ਜਿਹੜਾ ਡੀਜ਼ਲ ਦਾ ਰੇਟ ਹੈ, ਜਿਹੜਾ ਕੱਲ 83 ਰੁਪਏ 15 ਪੈਸੇ ਸੀ। ਸੋ 35 ਪੈਸੇ ਦੀ बढ़ोतरी हुई है। अगर असीं गल करिए इस महीने तो शुरुआती दी ते 1 फरवरी तो
87 ਰੁਪਏ ਪੈਟਰੋਲ ਦਾ ਰੇਟ ਸੀ, ਜਿਹੜਾ ਹੁਣ ਲਗਭਗ 4.5 ਤੋਂ ਪੌਣੇ 5 ਰੁਪਏ ਵੱਧ ਕੇ ਹੁਣ 92 ਰੁਪਏ ਤੱਕ ਪਹੁੰਚ ਚੁੱਕਿਆ। ਸੋ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ, ਕਿਉਂਕਿ ਜਿਹੜੇ ਪੈਟਰੋਲ ਤੇ ਡੀਜ਼ਲ ਆਮ ਲੋਕਾਂ ਦੀ ਨੀਡ ਹੈ। ਸੋ ਆਮ ਜਿਹੜਾ ਮਿਡਲ ਕਲਾਸ ਉਹਦੇ ਤੇ ਅਸਰ ਪਏਗਾ, ਕਿਉਂਕਿ ਪੈਟਰੋਲ ਦੇ ਵਧਣ ਦੇ ਨਾਲ, ਡੀਜ਼ਲ ਦੇ ਵਧਣ ਦੇ ਨਾਲ ਹੁਣ ਜਿਹੜਾ ਆਟੋ ਦੇ ਕਿਰਾਏ ਵੀ ਵਧੂਗੇ। ਭਾਜੀ, ਪੈਟਰੋਲ ਤੇ ਡੀਜ਼ਲ ਦੇ ਲਗਾਤਾਰ ਜਿਹੜੇ ਰੇਟਾਂ ਦੇ ਵਿੱਚ ਬੜੋਤਰੀ ਹੋ ਰਹੀ ਹੈ, ਸਰਕਾਰ ਕਹਿੰਦੀ ਹੈ ਕਿ ਪੈਟਰੋਲੀਅਮ ਜਿਹੜੀ ਕੰਪਨੀਆਂ ਉਹ ਪੈਟਰੋਲ ਵਧਾਉਂਦੀਆਂ ਵਾ, ਉਹਨਾਂ ਦਾ ਦੇ ਵਿੱਚ ਕੋਈ ਹੱਥ ਨਹੀਂ। ਇਹ ਸਰਕਾਰ ਦਾ ਹੀ ਹੈ ਜੀ ਸਾਰਾ ਕਸੂਰ। 200-300 ਬੰਦੇ ਦੀ ਦਿਹਾੜੀ ਪੈਂਦੀ ਆ, ਤੇਲ 100 ਤੇ ਪਹੁੰਚ ਗਿਆ ਵਾ, ਆਮ ਬੰਦਾ ਕੀ ਕਰੇਗਾ? ਤੇ ਜਿਹੜਾ ਦਿਹਾੜੀ ਵਾਲਾ ਬੰਦਾ ਵਾ ਉਹ ਕਿੱਥੇ ਜਾਏਗਾ? 200 ਰੁਪਿਆ ਦਿਹਾੜੀ ਕਮਾਉਣ ਵਾਲਾ ਰਿਕਸ਼ੇ ਵਾਲਾ ਬੰਦਾ ਉਹ ਕੀ ਕਰ ਲਏਗਾ? ਸੋ ਬਿਲਕੁਲ ਆਮ ਲੋਕਾਂ ਤੇ ਕਾਫੀ ਇਸ ਦਾ ਅਸਰ ਪੈਂਦਾ ਨਜ਼ਰ ਆ ਰਿਹਾ, ਕਿਉਂਕਿ ਲੋਕ ਹਰ ਰੋਜ਼ 100 ਦਾ ਪੈਟਰੋਲ ਪਾਉਂਦੇ ਸੀ। ਅੱਗੇ 100 ਦੀ ਗੱਲ ਕਰੀਏ ਤਾਂ 100 ਦਾ ਕਾਫੀ ਪੈਟਰੋਲ ਪੈਂਦਾ ਸੀ, ਲੇਕਿਨ ਹੁਣ ਜਿਹੜਾ ਰੇਟ ਹੀ ਪੈਟਰੋਲ ਦਾ ਲਗਭਗ 100 ਰੁਪਏ, ਲਗਭਗ 8 ਰੁਪਏ ਘੱਟ ਹੈ, 100 ਤੋਂ 100 ਰੁਪਏ ਪਹੁੰਚ ਚੁੱਕਿਆ। ਸੋ ਹੁਣ ਜਿਹੜੀ ਆਉਣ ਵਾਲੇ ਦਿਨਾਂ 'ਚ ਜਿਹੜੀ ਬੜੋਤਰੀ, ਕਿਉਂਕਿ ਪੈਟਰੋਲ ਡੇਲੀ ਨੀਡ ਹੈ, ਸੋ ਆਟੋਆਂ ਦੇ ਵਿੱਚ ਵੀ ਪੈਟਰੋਲ ਪੈਂਦਾ, ਜਿਹੜੇ ਲੋਕ ਸਬਜ਼ੀ ਲੈਣ ਸਵੇਰੇ ਜਾਂਦੇ ਆ ਉਹਦੇ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਦੀ ਕਾਫੀ ਜ਼ਰੂਰਤ ਪੈਂਦੀ ਹੈ। ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਬਜ਼ੀਆਂ ਦੇ ਰੇਟ ਦੇ ਵਿੱਚ ਵੀ ਵਾਧਾ ਵੇਖਣ ਨੂੰ ਮਿਲ ਸਕਦਾ ਹੈ। ਭਾਜੀ, ਪੈਟਰੋਲ ਤੇ ਡੀਜ਼ਲ ਦਾ ਲਗਾਤਾਰ ਰੇਟਾਂ ਦੇ ਵਿੱਚ ਬੜੋਤਰੀ ਹੋ ਰਹੀ ਹੈ, ਅੱਜ ਵੀ 35 ਪੈਸੇ ਰੇਟ ਵਧਿਆ ਹੋਇਆ, ਕੀ ਕਹਿਣਾ ਚਾਹੋਗੇ? ਕਿੰਨਾ ਆਮ ਜ਼ਿੰਦਗੀ ਦੇ ਅਸਰ ਬਹੁਤ ਪੈਂਦਾ ਜੀ, ਬਹੁਤ ਪੈਂਦਾ। ਇਹ ਤੇ ਬਹੁਤ ਨਜਾਇਜ਼ ਹੋ ਰਹੀ ਹੈ। ਜਦੋਂ ਕਾਂਗਰਸ ਵੇਲੇ ਵੱਧਦਾ ਸੀ ਰੇਟ ਤੋਂ ਬਹੁਤ ਰੌਲਾ ਪਾ ਜਾਂਦਾ, ਹੁਣ ਕੋਈ ਬੋਲਦਾ ਨਹੀਂ ਗਾ, ਚੁੱਪ ਕਰਕੇ ਸੁਣੀ ਜਾ ਰਿਹਾ, ਜੋ ਕਰ ਰਹੇ ਬਸ ਮੋਦੀ ਜੀ ਕਰ ਰਹੇ, ਠੀਕ ਕਰ ਰਹੇ। ਇਹ ਗਲਤ ਹੋਇਆ, ਬਿਲਕੁਲ ਗਲਤ ਹੋ ਰਿਹਾ ਜੀ। ਬਿਲਕੁਲ ਗੌਰਵ, ਤੁਸੀਂ ਦੇਖ ਸਕਦੇ ਹੋ ਕਿ ਆਮ ਲੋਕ ਕਾਫੀ ਨਾਰਾਜ਼ ਨਜ਼ਰ ਆ ਰਹੇ ਨੇ, ਕਿਉਂਕਿ ਆਮ ਲੋਕਾਂ ਦੀ ਡੇਲੀ ਦੀ ਨੀਡ ਹੈ ਪੈਟਰੋਲ ਡੀਜ਼ਲ। ਸੋ ਹੁਣ ਜਿਹੜੀ ਕਾਫੀ ਦਿੱਕਤਾਂ ਦਾ ਲੋਕਾਂ ਨੂੰ ਵੀ ਸਾਹਮਣਾ ਕਰਨਾ ਪੈ ਰਿਹਾ, ਲੇਕਿਨ ਇੱਕ ਹਰ ਰੋਜ਼ ਜਿਹੜੇ ਰੇਟ ਵਧਣ ਨਾਲ ਆਮ ਲੋਕਾਂ ਤੇ ਆਮ ਘਰੇਲੂ ਜ਼ਿੰਦਗੀ ਤੇ ਵੀ ਕਾਫੀ ਅਸਰ ਪੈ ਰਿਹਾ। ਅੱਜ ਜਿਵੇਂ 35 ਪੈਸੇ ਰੇਟ ਵਧਿਆ ਹੋਇਆ, ਸੋ ਉਸ ਦੇ ਨਾਲ ਆਮ ਜਿਹੜੀ ਜ਼ਿੰਦਗੀ ਦੇ ਵਿੱਚ ਕਾਫੀ ਉਸ ਦਾ ਅਸਰ ਪੈਂਦਾ ਨਜ਼ਰ ਆ ਰਿਹਾ। ਜੀ ਗੌਰਵ। ਜੀ ਬਿਲਕੁਲ, ਲਾਜ਼ਮੀ ਤੌਰ ਤੇ ਲੋਕਾਂ ਦੀ ਆਮ ਜ਼ਿੰਦਗੀ ਤੇ ਅਸਰ ਪੈਂਦਾ ਨਜ਼ਰ ਆ ਰਿਹਾ ਹੈ, ਕਿਉਂਕਿ ਰਸੋਈ ਗੈਸ ਦਾ ਸਿਲੰਡਰ ਵੀ ਮਹਿੰਗਾ ਹੋਇਆ। ਅਸੀਂ ਉਹਨੂੰ ਨਾ ਭੁੱਲ ਜਾਈਏ, ਪੈਟਰੋਲ ਡੀਜ਼ਲ ਦੇ ਰੇਟ ਦੇ ਵਿੱਚ ਅਮਿਤ ਜ਼ਿਕਰ ਉਸ ਦਾ ਵੀ ਲੋਕ ਕਰ ਰਹੇ ਨੇ ਕਿ ਦੇਖੋ ਜੀ, ਪੈਟਰੋਲ ਦਾ ਰੇਟ ਵਧਿਆ, ਡੀਜ਼ਲ ਦਾ ਵਧਿਆ, ਰਸੋਈ ਗੈਸ ਦੇ ਸਿਲੰਡਰ ਦਾ ਵੀ ਵਧ ਗਿਆ। ਹੁਣ ਲੈ ਕੇ ਚੱਲਦੇ ਹਾਂ ਆਪਣੇ ਦਰਸ਼ਕਾਂ ਨੂੰ ਲੁਧਿਆਣਾ ਤੋਂ ਸਾਡੇ ਸਹਿਯੋਗੀ ਜਸਵੀਰ ਬਰਾੜ ਸਾਡੇ ਨਾਲ ਨੇ। ਜਸਵੀਰ, ਲੁਧਿਆਣਾ ਦਾ ਜ਼ਰਾ ਹਾਲ ਦੱਸੋ, ਪੈਟਰੋਲ ਉੱਥੇ ਰੇਟ ਕੀ ਹੈ? ਜਿਹੜੇ ਲੋਕਾਂ ਨਾਲ ਗੱਲਬਾਤ ਹੋਏਗੀ ਇਹ ਵੀ ਸਮਝਣ ਦੀ ਕੋਸ਼ਿਸ਼ ਕਰਨਾ ਕਿ ਕਿੰਨਾ ਬੋਝ ਉਹਨਾਂ ਦੇ ਉੱਤੇ ਪੈ ਰਿਹਾ। ਆਮ ਤੌਰ ਤੇ ਲੋਕ ਕਿਵੇਂ ਕਰਦੇ ਨੇ ਕਿ ਕਿਸੇ ਨੇ ਆਪਣੇ ਸਕੂਟਰ ਦੇ ਵਿੱਚ ਤੇਲ ਪਵਾਇਆ ਜਾਂ ਆਪਣੀ ਬਾਈਕ ਦੇ ਵਿੱਚ ਤੇਲ ਪਵਾਇਆ, 400 ਰੁਪਏ ਦਾ ਪੂਰਾ ਹਫਤਾ ਚੱਲਦਾ ਸੀ, ਤਾਂ ਹੁਣ ਕਿੰਨਾ ਪਵਾਉਣਾ ਪੈ ਰਿਹਾ ਹੈ? ਕਿੰਨੇ ਦਿਨ ਬਾਅਦ ਤੇਲ ਪਵਾਉਣਾ ਪੈ ਰਿਹਾ ਹੈ? ਰੇਟਾਂ ਦੇ ਵਧਣ ਤੋਂ ਬਾਅਦ ਇਹ 15 ਦਿਨਾਂ ਤੋਂ ਲਗਾਤਾਰ ਰੇਟ ਵਧ ਰਹੇ ਨੇ। ਜਸਵੀਰ। ਬਿਲਕੁਲ ਗੌਰਵ, ਕਿਉਂਕਿ ਉਦਯੋਗਿਕ ਨਗਰੀ ਲੁਧਿਆਣਾ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈਗਾ, ਸਭ ਤੋਂ ਵੱਧ ਆਬਾਦੀ ਵਾਲਾ ਜਿਹੜਾ ਹੈਗਾ ਸ਼ਹਿਰ ਹੈ, ਤੇ ਇਸ ਸ਼ਹਿਰ ਦੇ ਵਿੱਚ ਸਭ ਤੋਂ ਵੱਧ ਜਿਹੜੀ ਹੈ ਤੇਲ, ਡੀਜ਼ਲ ਤੇ ਪੈਟਰੋਲ ਦੀ ਖਪਤ ਜਿਹੜੀ ਹੈ ਉਹ ਵੱਧ ਹੁੰਦੀ ਹੈ, ਕਿਉਂਕਿ ਉਦਯੋਗਿਕ ਨਗਰੀ ਹੈ। ਇਸ ਦੇ ਨਾਲ ਟਰਾਂਸਪੋਰਟੇਸ਼ਨ ਦਾ ਵੱਡਾ ਜਿਹੜਾ ਹੈਗਾ ਸੂਬੇ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਸਭ ਤੋਂ ਵੱਡੀ ਟਰਾਂਸਪੋਰਟੇਸ਼ਨ ਜਿਹੜੀ ਹੈ ਲੁਧਿਆਣਾ ਦੇ ਵਿੱਚ ਹੈ। ਇੱਥੇ ਜਿਹੜੇ ਪੈਟਰੋਲ ਦੇ ਰੇਟ ਜੇ ਅੱਜ ਦੀ ਗੱਲ ਕੀਤੀ ਜਾਵੇ ਤਾਂ 35 ਪੈਸੇ ਜਿਹੜੇ ਪੈਟਰੋਲ ਦੇ ਰੇਟ ਜਿਹੜੇ ਵਧੇ ਨੇ। ਹੁਣ ਜਿਹੜਾ ਰੇਟ ਹੈ ਉਹ 92 ਰੁਪਏ 46 ਪੈਸੇ ਹੋ ਗਿਆ। ਇਸ ਦੇ ਨਾਲ ਹੀ ਜਿਹੜਾ ਲੋਕਾਂ ਦਾ ਲਗਾਤਾਰ ਇਹੀ ਕਹਿਣਾ ਹੈ ਕਿ ਜਿਹੜਾ ਤੇਲ ਦੀਆਂ ਜਿਹੜੀਆਂ ਕੀਮਤਾਂ ਵਧਣ ਦੇ ਨਾਲ ਉਹਨਾਂ ਨੂੰ ਜਿਹੜੀਆਂ ਬਹੁਤ ਜ਼ਿਆਦਾ ਜਿਹੜੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਪਹਿਲਾਂ ਜਿਹੜਾ ਸੀਗਾ ਤੇਲ ਜਿਹੜਾ ਸੀ 100 ਰੁਪਏ ਦੇ ਵਿੱਚ ਜਦੋਂ ਉਹ ਪਵਾਉਂਦੇ ਸੀ ਤਾਂ 1 ਲੀਟਰ ਤੋਂ ਉੱਪਰ ਆਉਂਦਾ ਸੀ, ਪਰ ਹੁਣ ਲਗਭਗ ਇੱਕ ਜਿਹੜਾ ਲੀਟਰ 100 ਰੁਪਏ ਦੇ ਕਰੀਬ ਹੀ ਜਿਹੜਾ ਪਹੁੰਚ ਗਿਆ। ਸਿਰਫ 8 ਰੁਪਏ ਦਾ ਜਿਹੜਾ ਫਰਕ ਹੈ। ਅਸੀਂ ਆਮ ਜਿਹੜੇ ਲੋਕ ਨੇ, ਲੁਧਿਆਣਾ ਵਾਸੀ ਨੇ, ਉਹਨਾਂ ਨਾਲ ਗੱਲ ਕਰ ਲੈਂਦੇ। ਭਾਜੀ, ਤੇਲ ਦੀਆਂ ਕੀਮਤਾਂ ਜਿਹੜੀਆਂ ਵੱਧ ਰਹੀਆਂ ਨੇ ਲਗਾਤਾਰ, ਕੀ ਕਹਿਣਾ ਚਾਹੋਗੇ? ਕਿੰਨਾ ਕੁ ਮੁਸ਼ਕਲ ਹੋ ਗਿਆ? ਸਰ ਬਹੁਤ ਵੱਧ ਰਿਹਾ ਜੀ, ਕਾਫੀ ਵੱਧ ਰਿਹਾ ਵਾ, ਰੋਜ਼ ਹੀ ਵੱਧ ਰਿਹਾ ਵਾ ਤੁਹਾਡੇ ਸਾਹਮਣੇ। ਕਿਸ ਤਰ੍ਹਾਂ ਕਿੰਨਾ ਕੁ ਫਰਕ ਪੈ ਰਿਹਾ? ਫਰਕ ਤਾਂ ਪਊਗਾ, ਹਰ ਚੀਜ਼ ਨੂੰ ਫਰਕ ਪਊਗਾ, ਹਰ ਚੀਜ਼ ਨੂੰ ਫਰਕ ਪਊਗਾ, ਕਿਉਂ ਨਹੀਂ ਪਏਗਾ? ਹਰ ਚੀਜ਼ ਮਹਿੰਗੀ ਹੋਊਗੀ, ਤੇਲ ਦੇ ਹਿਸਾਬ ਨਾਲ ਚੀਜ਼ ਮਹਿੰਗੀ ਹੋਏਗੀ। ਕੀ ਕਰਨਾ ਚਾਹੀਦਾ ਸਰਕਾਰ ਨੂੰ, ਕਿਉਂਕਿ 100 ਦੇ ਕਰੀਬ ਹੋ ਗਿਆ? ਥੋੜਾ ਘਟਾਉਣਾ ਚਾਹੀਦਾ। ਸਾਡੇ ਨਾਲ ਹੋਰ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਹਾਂ। ਹਾਂਜੀ, ਕੀ ਨਾਮ ਹੈ ਜੀ, ਕੀ ਕੰਮ ਕਰਦੇ ਹੋ? मेरा नाम मोइन अहमद है, मैं सिलाई काम करता हूँ लेडीज़। ਅੱਛਾ, ਜਿਹੜੀਆਂ ਤੇਲ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ, ਹੁਣ 92 ਰੁਪਏ ਜਿਹੜਾ ਹੈਗਾ 40 ਪੈਸੇ ਹੋ ਗਿਆ, ਕਿੰਨਾ ਔਖਾ ਹੋ ਗਿਆ? औका तो हो रहा है, क्या करें, अब करना तो पड़ेगा, औका तो हो रहा है। ਅੱਛਾ, ਕਮਾਈ ਕਿੰਨੀ ਕੁ ਹੁੰਦੀ ਹੈ? कमाई ਪੂਰਾ ਹੋ ਜਾਂਦਾ? 3-4 रुपये कमाई होती है रोज़ का, पूरा नहीं हो रहा, क्या करें, करना पड़ेगा।
जितनी कमाई होती है उतनी अद्धी पेट्रोल च निकल जाती है। नहीं हाँ उतना तो पेट्रोल में हो जाता है, खर्चा हो जाता है पेट्रोल में ही। हफ्ते में लग जाता है 4-5 रुपये तेल लग जाता है। हाँ दूर भी जाना पड़ता है काम पे। ਬਿਲਕੁਲ ਗੌਰਵ, ਲੋਕਾਂ ਦਾ ਜਿਹੜਾ ਇਹੀ ਕਹਿਣਾ ਹੈ ਕਿ ਜਿਹੜੀਆਂ ਪੈਟਰੋਲ ਦੀਆਂ ਕੀਮਤਾਂ ਵਧਣ ਕਰਕੇ ਜਿਹੜਾ ਉਹਨਾਂ ਦਾ ਬਜਟ ਜਿਹੜਾ ਬਿਲਕੁਲ ਹਿੱਲ ਗਿਆ, ਕਿਉਂਕਿ ਹਫਤੇ ਦੇ ਵਿੱਚ ਹੀ ਜਿਹੜਾ 400-500 ਰੁਪਏ ਦਾ ਪੈਟਰੋਲ ਜਿਹੜਾ ਲੱਗ ਜਾਂਦਾ ਹੈ। ਜੀ ਬਿਲਕੁਲ, ਤਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਦੇ ਨਾਲ ਲੋਕਾਂ ਦੇ ਉੱਤੇ ਤਾਂ ਬੋਝ ਪੈ ਰਿਹਾ, ਉਹਨਾਂ ਦੀ ਬਜਟ ਦੇ ਉੱਤੇ, ਉਹਨਾਂ ਦੀ ਜੇਬ ਦੇ ਉੱਤੇ ਅਸਰ ਪੈ ਰਿਹਾ ਹੈ। ਸ਼ੁਕਰੀਆ ਸਾਰੇ ਸਾਡੇ ਸਹਿਯੋਗੀਆਂ ਦਾ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਜਸਵੀਰ ਸਾਡੇ ਨਾਲ ਲੁਧਿਆਣਾ ਤੋਂ ਜੁੜੇ ਹੋਏ, ਅੰਮ੍ਰਿਤਸਰ ਤੋਂ ਤੇ ਜਲੰਧਰ ਤੋਂ ਸੁਰਿੰਦਰ ਕੰਬੋਜ, ਬਹੁਤ-ਬਹੁਤ ਧੰਨਵਾਦ ਸਾਰੇ ਸਹਿਯੋਗੀਆਂ ਦਾ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਆਪਣੇ ਦਰਸ਼ਕਾਂ ਤੱਕ ਲੋਕਾਂ ਦੀ ਆਵਾਜ਼ ਪਹੁੰਚਾਈਏ ਕਿ ਲੋਕ ਇਸ ਸਮੇਂ ਕੀ ਕੁਝ ਸੋਚ ਰਹੇ ਨੇ। ਖਾਸ ਤੌਰ ਤੇ ਆਵਾਜ਼ ਪਹੁੰਚਣੀ ਚਾਹੀਦੀ ਹੈ ਸਰਕਾਰਾਂ ਤੱਕ ਕਿ ਜੇਕਰ ਪੈਟਰੋਲ ਡੀਜ਼ਲ ਦੇ ਰੇਟ ਵੱਧ ਰਹੇ ਨੇ, ਆਮ ਲੋਕਾਂ ਨੂੰ ਦਿੱਕਤ ਆ ਰਹੀ ਹੈ, ਤਾਂ ਫਿਰ ਇਸ ਦਾ ਸੋਲੂਸ਼ਨ ਕੌਣ ਕਰੇਗਾ? ਕਿ ਸਰਕਾਰਾਂ ਕਰਨਗੀਆਂ, ਨਹੀਂ ਕਰਨਗੀਆਂ? ਇੱਕ ਵੱਡਾ ਸਵਾਲ ਜ਼ਰੂਰ ਹੈ। ਖੈਰ, ਪੈਟਰੋਲ ਦੇ ਰੇਟ ਇੱਕ ਵਾਰ ਮੁੜ ਤੋਂ ਵਧੇ ਨੇ। ਅੱਜ 25 ਪੈਸੇ ਪ੍ਰਤੀ ਲੀਟਰ ਵੱਧ ਗਏ ਨੇ, ਡੀਜ਼ਲ 35 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਨੇ ਤੇ ਇਸ ਅਸਮਾਨ ਛੂੰਦੀਆਂ ਕੀਮਤਾਂ ਦੇ ਉੱਤੇ ਸਿਆਸਤ ਵੀ ਜਾਰੀ ਹੈ, ਸਿਆਸੀ ਸੰਗਰਾਮ ਵੀ ਛਿੜਿਆ ਹੋਇਆ ਹੈ। ਵਿਰੋਧੀ ਸ਼ਹਿਰ ਪ੍ਰਦਰਸ਼ਨ ਕਰ ਕੇਂਦਰ ਸਰਕਾਰ ਦੇ ਉੱਤੇ ਸਵਾਲ ਚੁੱਕ ਰਹੇ ਨੇ। ਪੈਟਰੋਲ 100 ਦੇ ਪਾਰ ਹੈ, ਡੀਜ਼ਲ ਸੈਂਕੜਾ ਲਾਉਣ ਨੂੰ ਤਿਆਰ ਹੈ। ਆਮ ਲੋਕਾਂ ਦਾ ਬੁਰਾ ਹਾਲ ਹੈ। ਲਗਾਤਾਰ ਅਸਮਾਨ ਛੂੰਦੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਤੇਲ ਕੱਢ ਕੇ ਰੱਖ ਦਿੱਤਾ ਹੈ। ਹਰ ਕਿਸੇ ਦੀ ਗੱਡੀ ਚੱਲਣੀ ਮੁਸ਼ਕਲ ਹੋ ਚੁੱਕੀ ਹੈ। ਪਰ ਤੇਲ ਦੀਆਂ ਵੱਧ ਰਹੀਆਂ ਇਹਨਾਂ ਕੀਮਤਾਂ ਨੇ ਸਿਆਸਤ ਨੂੰ ਰਫ਼ਤਾਰ ਜ਼ਰੂਰ ਦਿੱਤੀ ਹੋਈ ਹੈ। ਵਿਰੋਧੀਆਂ ਨੇ ਇੱਕੋ ਰੇਸ 'ਚ ਕੇਂਦਰ ਸਰਕਾਰ ਤੇ ਚੜ੍ਹਾਈ ਕਰ ਦਿੱਤੀ ਹੈ। ਥਾਂ-ਥਾਂ ਪ੍ਰਦਰਸ਼ਨ ਹੋ ਰਹੇ ਨੇ। ਪੰਜਾਬ 'ਚ ਵੀ ਵਿਰੋਧੀਆਂ ਦੇ ਨਿਸ਼ਾਨੇ ਤੇ ਮੋਦੀ ਸਰਕਾਰ ਹੈ। ਕੋਈ ਕੇਂਦਰ ਸਰਕਾਰ ਨੂੰ ਲਾਂਤਾ ਪਾਉਣ ਲਈ ਰੱਸੀ ਨਾਲ ਗੱਡੀ ਖਿੱਚ ਰਿਹਾ ਹੈ ਤਾਂ ਕੋਈ ਘੋੜੇ ਦੀ ਸਵਾਰੀ ਕਰ ਰਿਹਾ ਹੈ। ਅੱਜ ਜਦੋਂ 100 ਰੁਪਏ ਜਾਂ 100 ਦੇ ਸੈਂਕੜਾ ਪਾਰ ਕਰੀ ਬੈਠੇ ਹੈ, ਕਿਉਂ ਨਹੀਂ ਬੋਲਦੀ ਸਰਕਾਰ? ਕਿਉਂ ਇਹਨਾਂ ਲੋਕਾਂ ਦੇ ਮੂੰਹ ਤੇ ਅੱਜ ਤਾਲੇ ਲੱਗੇ ਹੋਏ ਹੈ? ਮਸਲਾ ਗਰੀਬਾਂ ਦਾ ਹੈ, ਮਸਲਾ ਲੋਕਾਂ ਦਾ ਹੈ, ਮਸਲਾ ਹਿੰਦੁਸਤਾਨ ਦਾ ਹੈ। ਉਹਦੇ ਵਿੱਚ ਕਿਸਾਨ ਵੀ ਹੈ, ਮਜ਼ਦੂਰ ਵੀ ਹੈ, ਨੌਜਵਾਨ ਵੀ ਹੈ, ਮਿਡਲ ਵਰਗ ਵੀ ਹੈ। ਕੋਈ ਕਿਹੜਾ ਵਰਗ ਹੈ ਜਿਹੜਾ ਇਹਦੇ ਨਾਲ ਪ੍ਰਭਾਵਿਤ ਨਹੀਂ? ਕੀਮਤਾਂ ਘਟਣੀਆਂ ਚਾਹੀਦੀਆਂ। बीजेपी ने हमेशा रॉबर्ट वाड्रा जरिए कांग्रेस ਨੂੰ ਘੇਰਿਆ, ਪਰ ਇਸ ਵਾਰ ਤੇਲ ਦੀਆਂ ਵਧੀਆਂ ਕੀਮਤਾਂ ਨੇ ਕਾਂਗਰਸ ਨੂੰ ਮੌਕਾ ਦੇ ਦਿੱਤਾ ਹੈ। ਖੁਦ ਰॉबर्ट वाड्रा ਸੋਮਵਾਰ ਨੂੰ ਸਾਈਕਲ ਤੇ ਨਜ਼ਰ ਆਏ, ਜਿਨ੍ਹਾਂ ਨੇ ਤੰਜ ਭਰੇ ਲਹਿਜ਼ੇ 'ਚ ਮੋਦੀ ਸਰਕਾਰ ਤੇ ਹਮਲਾ ਬੋਲਿਆ। ਹਾਲਾਂਕਿ ਬੀਜੇਪੀ ਨੇ ਰॉबर्ट वाड्रा ਦੀ ਵਿਦੇਸ਼ੀ ਸਾਈਕਲ ਤੇ ਹੀ ਸਵਾਲ ਖੜੇ ਕਰ ਦਿੱਤੇ ਅਤੇ ਇਸ ਨੂੰ ਡਰਾਮਾ करार ਦਿੱਤਾ। कि हर रोज जो आदमी मोटरसाइकिल पे होता था आज वो साइकिल पे आ गया है और मैं अपने ऑफिस तक कैसे चलाऊंगा, और तब मुझे भी महसूस होगा मैं उनके लिए क्या बोल रहा हूँ और क्यों बोल रहा हूँ। और हमें ज़रूर उनके बारे में सोचना चाहिए। वैसे ही वो कोरोना से वो वैसे ही मतलब कि मुश्किलों में पड़े हुए हैं। रॉबर्ट वाड्रा, प्रियंका गांधी और राहुल गांधी पेट्रोल के दामां दे उत्ते बचकानियां राजनीतिक हरकतां कर रहे। विदेशी इटली के साइकिल के उत्ते निकल के रॉबर्ट वाड्रा एक फिल्मी ड्रामे तो ज्यादा कुछ नहीं। तेल ਦੀਆਂ ਵੱਧ ਰਹੀਆਂ ਕੀਮਤਾਂ ਨੇ ਹਰ ਆਮ ਤੇ ਖਾਸ ਦਾ ਬਜਟ ਵਿਗਾੜ ਦਿੱਤਾ ਹੈ। ਵਿਰੋਧੀ ਆਮ ਲੋਕਾਂ ਦੀ ਆੜ 'ਚ ਮੋਦੀ ਸਰਕਾਰ ਦੇ ਦੁਆਲੇ ਹੋ ਚੁੱਕੇ ਨੇ, ਪਰ ਬੀਜੇਪੀ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਤੇ ਆਪਣੇ ਹੀ ਤਰਕ ਦੇ ਰਹੀ ਹੈ। तो ये 10-15% का एक पिछले 4-5 साल के अंदर ही उछाल आया है कुल मिलाकर। अब ये देखा जाए तो ओवरऑल कोई बहुत ज़्यादा नहीं है, फिर भी हर जो पैसा जेब से किसी से निकलता है, आखिर हमारी भी इच्छा होती है कि ना निकले, कम रहे, तो उसके ऊपर नज़र तो रहती है सरकारों की। फिर भी सरकार का जो रेवेन्यू होता है वो रेवेन्यू अगर किसी भी चीज़ में लिया जाता है वो जनता के हित में ही आता है काम।
ਦੱਸ ਦਈਏ ਕਿ ਪਿਛਲੇ 53 ਦਿਨਾਂ 'ਚ 24 ਵਾਰ ਤੇਲ ਦੀਆਂ ਕੀਮਤਾਂ 'ਚ ਇਜ਼ਾਫਾ ਹੋਇਆ ਹੈ। ਹਾਲਾਂਕਿ ਲਗਾਤਾਰ 2 ਦਿਨ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ, ਪਰ ਇਸ ਦੇ ਬਾਵਜੂਦ ਪੰਜਾਬ 'ਚ ਤੇਲ ਦੀਆਂ ਕੀਮਤਾਂ 100 ਦੇ ਨੇੜੇ ਪੁੱਜ ਚੁੱਕੀਆਂ। ਕਈ ਸੂਬਿਆਂ 'ਚ ਤਾਂ ਪੈਟਰੋਲ ਸੈਂਕੜਾ ਵੀ ਪੂਰਾ ਕਰ ਚੁੱਕਿਆ ਹੈ। ਯਾਨੀ ਕੋਰੋਨਾ ਕਾਲ 'ਚ ਔਖੇ ਹੋਏ ਲੋਕਾਂ ਦਾ ਹੁਣ ਮਹਿੰਗਾਈ ਤੇਲ ਕੱਢਣ ਲੱਗੀ ਹੈ, ਕਿਉਂਕਿ ਮਹਿੰਗੇ ਹੋ ਰਹੇ ਡੀਜ਼ਲ ਦਾ ਅਸਰ ਸੜਕਾਂ ਦੇ ਨਾਲ-ਨਾਲ ਲੋਕਾਂ ਦੀ ਰਸੋਈ ਤੇ ਵੀ ਸਿੱਧੇ ਤੌਰ ਤੇ ਪੈਂਦਾ ਹੈ। यानी मुद्दा सीधा लोकां नाल जुड़िया है तां फिर सियासी धुआं उड़ना भी लाजमी है। ब्यूरो रिपोर्ट न्यूज़ 18। ਗੱਲ ਹੋਵੇਗੀ ਕਰੋਨਾ ਦੀ। ਜੀ ਹਾਂ, ਪੰਜਾਬ ਦੇ ਵਿੱਚ ਵਧਦੇ ਕਰੋਨਾ ਦੇ ਕੇਸਿਸ ਨੇ ਇੱਕ ਵਾਰ ਮੁੜ ਤੋਂ ਚਿੰਤਾ ਦੇ ਵਿੱਚ ਇਜ਼ਾਫਾ ਕਰ ਦਿੱਤਾ ਹੈ। ਇੱਕ ਹਫ਼ਤੇ ਦੇ ਵਿੱਚ ਕਰੀਬ 35% ਮਾਮਲੇ ਵਧੇ ਨੇ। ਜੀ ਹਾਂ, ਅਸੀਂ ਪੰਜਾਬ ਦਾ ਜ਼ਿਕਰ ਕਰ ਰਹੇ ਹਾਂ ਤੇ ਕਰੋਨਾ ਦੇ ਮਾਮਲੇ ਲਗਾਤਾਰ ਇੱਥੇ ਵਧਦੇ ਨਜ਼ਰ ਆ ਰਹੇ ਨੇ ਤੇ ਵਧਦੇ ਕੇਸਾਂ ਦੇ ਮੱਦੇਨਜ਼ਰ ਹਰਕਤ ਦੇ ਵਿੱਚ ਸਰਕਾਰ ਵੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਰਿਵਿਊ ਬੈਠਕ ਸੱਦ ਲਈ ਹੈ। ਦੁਪਹਿਰ 3:30 ਵਜੇ ਇਹ ਬੈਠਕ ਸੱਦੀ ਗਈ ਹੈ। ਕਰੋਨਾ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣਗੇ। ਦੱਸ ਦਈਏ ਕਿ ਬੀਤੇ ਦਿਨ ਸੂਬੇ ਦੇ ਵਿੱਚ 399 ਨਵੇਂ ਕੇਸ ਕਰੋਨਾ ਦੇ ਰਿਪੋਰਟ ਕੀਤੇ ਗਏ, ਜਦੋਂ ਕਿ 15 ਮਰੀਜ਼ਾਂ ਦੀ ਮੌਤ ਵੀ ਕਰੋਨਾ ਦੀ ਵਜ੍ਹਾ ਦੇ ਨਾਲ ਪਿਛਲੇ 24 ਘੰਟਿਆਂ ਦੇ ਵਿੱਚ ਰਿਪੋਰਟ ਕੀਤੀ ਗਈ ਹੈ। ਤਾਂ ਮਾਮਲੇ ਇੱਕ ਵਾਰ ਫਿਰ ਤੋਂ ਵੱਧ ਰਹੇ ਨੇ। ਲਾਜ਼ਮੀ ਤੌਰ ਤੇ ਚਿੰਤਾ ਨੂੰ ਵਧਾ ਰਹੇ ਨੇ। ਜਿਸ ਤਰੀਕੇ ਨਾਲ ਮਹਾਰਾਸ਼ਟਰ ਦੇ ਵਿੱਚ ਸਖਤੀ ਕੀਤੀ ਗਈ ਹੈ ਜਾਂ ਦੁਨੀਆ ਦੇ ਹੋਰ ਦੇਸ਼ਾਂ ਦੇ ਵਿੱਚ ਸਖਤੀ ਕੀਤੀ ਗਈ ਹੈ। ਸਿੱਧਾ ਰੁਖ ਕਰਦੇ ਹਾਂ ਕੋਵਿਡ ਰਿਵਿਊ ਬੈਠਕ ਅੱਜ ਦੁਪਹਿਰ 3:30 ਵਜੇ। ਪੰਕਜ ਕਪਾਹੀ ਚੰਡੀਗੜ੍ਹ ਤੋਂ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ। ਪੰਕਜ, ਕੀ ਕੁਝ ਤੁਹਾਡੇ ਕੋਲ ਜਾਣਕਾਰੀ? ਦੇਖੋ, ਕਰੋਨਾ ਦੇ ਮਾਮਲੇ ਜਦੋਂ ਵੱਧ ਰਹੇ ਸੀ ਤਾਂ ਬੜੀ ਚਿੰਤਾ ਸੀ ਉਸ ਸਮੇਂ ਤੇ ਉਸ ਤੋਂ ਬਾਅਦ ਘਟਣ ਲੱਗੇ ਤਾਂ ਬਹੁਤ ਸਾਰੀਆਂ ਢਿੱਲ ਵੀ ਦਿੱਤੀਆਂ ਗਈਆਂ। ਮੇਰਾ ਪਹਿਲਾ ਸਵਾਲ, ਲੋਕ ਇਹੀ ਜਾਣਨਾ ਚਾਹੁੰਦੇ ਨੇ ਕਿ ਅੱਜ ਦੀ ਕੋਵਿਡ ਰਿਵਿਊ ਮੀਟਿੰਗ ਤੋਂ ਬਾਅਦ ਕਿ ਪੰਜਾਬ ਦੀ ਸਰਕਾਰ ਕਰੋਨਾ ਦੇ ਵੱਧਦੇ ਮਾਮਲਿਆਂ ਦੀ ਵਜ੍ਹਾ ਨਾਲ ਕੋਈ ਸਖਤੀ ਕਰ ਸਕਦੀ ਹੈ, ਨਾਈਟ ਕਰਫਿਊ ਵਰਗਾ ਕੋਈ ਡਿਸੀਜਨ ਅੱਜ ਦੀ ਮੀਟਿੰਗ ਦੇ ਵਿੱਚ ਲਿਆ ਜਾ ਸਕਦਾ ਹੈ? ਪੰਕਜ। ਬਿਲਕੁਲ ਗੌਰਵ, ਦੁਪਹਿਰ 3:30 ਵਜੇ ਮੀਟਿੰਗ ਜਿਹੜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜੋ ਕੋਵਿਡ ਰਿਵਿਊ ਕਮੇਟੀ ਬਣਾਈ ਗਈ ਸੀ ਜਿਸ ਦੀ ਅਗਵਾਈ ਡਾਕਟਰ ਤਲਵਾਰ ਕਰਦੇ ਨੇ। ਡਾਕਟਰ ਤਲਵਾਰ ਜਿਹੜੇ ਨੇ ਉਹ ਅੱਜ ਫੀਡਬੈਕ ਦੇਣਗੇ ਕਿ ਕਿਵੇਂ ਜਿਹੜੀ ਹੈ ਸਖਤੀ ਕਰਨੀ ਚਾਹੀਦੀ ਹੈ, ਕਿਹੜੀਆਂ ਗਾਈਡਲਾਈਨ ਨੂੰ ਫੋਲੋ ਕਰਨਾ ਚਾਹੀਦਾ। ਕਿਉਂਕਿ ਅਸੀਂ ਅਗਰ ਪਿਛਲੇ 2 ਮਹੀਨਿਆਂ ਤੇ ਝਾਤ ਮਾਰੀਏ ਤਾਂ ਕੇਸਿਸ ਘਟੇ ਤਾਂ ਲੋਕਾਂ ਨੇ ਨਾ ਤਾਂ ਮਾਸਕ ਲਗਾਉਣਾ ਬੰਦ ਕਰ ਦਿੱਤਾ ਔਰ ਦੂਜੇ ਪਾਸੇ ਸੋਸ਼ਲ ਡਿਸਟੈਂਸ ਦਾ ਵੀ ਖਿਆਲ ਰੱਖਣਾ ਬੰਦ ਕਰ ਦਿੱਤਾ ਗਿਆ ਔਰ ਗੈਦਰਿੰਗ ਵੀ ਕਿਤੇ ਵੀ ਜਾਈਏ ਗੈਦਰਿੰਗ ਇਕੱਠ ਜਿਹੜੇ ਨੇ ਖਾਸ ਤੌਰ ਤੇ ਸਿਆਸੀ ਪਾਰਟੀਆਂ ਜ਼ਿਆਦਾ ਕਰ ਰਹੀਆਂ ਨੇ। ਵਿਆਹ ਸਮਾਗਮਾਂ ਦੇ ਵਿੱਚ ਵੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਔਰ ਹੁਣ ਜਦੋਂ ਪਿਛਲੇ 3 ਦਿਨਾਂ ਦੇ ਵਿੱਚ ਲਗਭਗ 1000 ਦੇ ਕਰੀਬ ਕੇਸ ਆ ਗਏ ਨੇ ਔਰ 30 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ ਤਾਂ ਉਸ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੈਠਕ ਸੱਦੀ ਹੈ ਔਰ ਬੈਠਕ ਦੇ ਵਿੱਚ ਤੈਅ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਕਿਹੜੇ ਕਦਮ ਚੁੱਕਣੇ ਚਾਹੀਦੇ ਨੇ, ਕਿਹੜੀ ਸਖਤੀ ਵਰਤਣੀ ਚਾਹੀਦੀ ਹੈ, ਕਿ ਪੰਜਾਬ ਪੁਲਿਸ ਨੂੰ ਸਖਤੀ ਨਾਲ ਨਜਿੱਠਣ ਦੇ ਲਈ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ ਜਾਂ ਫਿਰ ਰਾਤ ਦੇ ਕੋਵਿਡ ਦੇ ਮੱਦੇਨਜ਼ਰ ਕੀ ਨਾਈਟ ਕਰਫਿਊ ਲੱਗੇਗਾ। ਇਹ ਡਾਕਟਰ ਤਲਵਾਰ ਜਦੋਂ ਅੱਜ ਗਾਈਡਲਾਈਨ ਦੇਣਗੇ ਤਾਂ ਉਸ ਤੋਂ ਬਾਅਦ ਹੀ ਤਸਵੀਰ ਜਿਹੜੀ ਉਹ ਸਾਫ਼ ਹੁੰਦੀ ਹੋਈ ਨਜ਼ਰ ਆਏਗੀ। ਗੌਰਵ, ਠੀਕ ਹੈ ਪੰਕਜ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਇਸ ਪੂਰੀ ਗੱਲਬਾਤ ਦੇ ਲਈ ਪੰਕਜ ਕਪਾਹੀ ਜਾਣਕਾਰੀ ਦੇ ਰਹੇ ਹਾਂ। 3:30 ਵਜੇ ਦੁਪਹਿਰੇ ਕੋਵਿਡ ਰਿਵਿਊ ਮੀਟਿੰਗ ਹੋਣੀ ਹੈ, ਮੁੱਖ ਮੰਤਰੀ ਦੇ ਵੱਲੋਂ ਸੱਦੀ ਗਈ ਹੈ ਤੇ ਇਸ ਮੀਟਿੰਗ ਦੇ ਵਿੱਚ ਬਹੁਤ ਅਹਿਮ ਫੈਸਲੇ ਹੋ ਸਕਦੇ ਨੇ ਕਿਉਂਕਿ ਮਾਸਕ ਲਗਾਉਣਾ ਲੋਕਾਂ ਨੇ ਛੱਡ ਦਿੱਤਾ। ਪਿਛਲੇ ਕੁਝ ਦਿਨਾਂ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਲੋਕ ਭੁੱਲ ਗਏ, ਅਸੀਂ ਸਾਰੇ ਉਸ ਦੇ ਵਿੱਚ ਆ ਤੇ ਇਸ ਵਿਚਾਲੇ ਹੁਣ ਸਵਾਲ ਇਹੀ ਹੈ ਕਿ ਸਖਤੀ ਇੱਕ ਵਾਰ ਮੁੜ ਤੋਂ ਪੁਲਿਸ ਪ੍ਰਸ਼ਾਸਨ ਕਰਦਾ, ਸਰਕਾਰ ਦੇ ਵੱਲੋਂ ਆਦੇਸ਼ ਦਿੱਤੇ ਜਾਂਦੇ ਨੇ ਤੇ ਦੂਜਾ ਪੁਆਇੰਟ ਇਹ ਵੀ ਕਿ ਨਾਈਟ ਕਰਫਿਊ ਬੰਦ ਕਰ ਦਿੱਤਾ ਗਿਆ ਸੀ। ਗੈਦਰਿੰਗ ਜਿਹੜੀ ਹੈਗੀ ਹੈ, ਜਿਵੇਂ ਕੋਈ ਵਿਆਹ ਸਮਾਗਮ ਹੈ ਜਾਂ ਕੋਈ ਹੋਰ ਘਰ ਦੇ ਵਿੱਚ ਸਮਾਗਮ ਹੈ, ਉਸ ਨੂੰ ਲੈ ਕੇ ਸਰਕਾਰ ਨੇ ਇੱਕ ਤਰੀਕੇ ਨਾਲ ਖੁੱਲ੍ਹ ਦੇ ਦਿੱਤੀ ਸੀ ਕਿ ਠੀਕ ਹੈ ਹੁਣ ਕੋਈ ਦਿੱਕਤ ਨਹੀਂ, ਤੁਸੀਂ ਪ੍ਰੋਗਰਾਮ ਕਰਦੇ ਰਹੋ। ਤੇ ਇਸ ਵਿਚਾਲੇ ਹੁਣ ਸਵਾਲ ਇਹੀ ਹੈ ਕਿ ਹੁਣ ਅੱਗੇ ਦੀ ਰੂਪਰੇਖਾ ਕੀ, ਇੱਕ ਵਾਰ ਫਿਰ ਤੋਂ ਕੋਈ ਪਾਬੰਦੀਆਂ ਲਗਾਈਆਂ ਜਾਂਦੀਆਂ ਨੇ, ਨਾਈਟ ਕਰਫਿਊ ਵਰਗੀ ਪਾਬੰਦੀ ਜਾਂ ਫਿਰ ਕੋਈ ਹੋਰ ਰੈਸਟ੍ਰਿਕਸ਼ਨ, ਦੇਖਣਾ ਹੋਏਗਾ। ਅੱਜ ਦੀ ਮੀਟਿੰਗ ਦਾ ਇੰਤਜ਼ਾਰ ਹੈ। 3:30 ਵਜੇ ਮੀਟਿੰਗ ਸ਼ੁਰੂ ਹੋਏਗੀ। ਪਲ ਪਲ ਦੀ ਅਪਡੇਟ ਨਿਊਜ਼ 18 ਪੰਜਾਬ ਤੁਹਾਡੇ ਤੱਕ ਪਹੁੰਚਾਏਗੀ। ਤਾਂ ਕਰੋਨਾ ਦੇ ਇੱਕ ਵਾਰ ਮੁੜ ਤੋਂ ਵਧਦੇ ਮਾਮਲਿਆਂ ਨੇ ਚਿੰਤਾ ਜ਼ਰੂਰ ਵਧਾਈ ਹੈ, ਪਰ ਕੋਵਿਡ-19 ਮਹਾਮਾਰੀ ਨੇ ਆਪਸੀ ਨਿਰਭਰਤਾ ਦੀ ਭਾਵਨਾ ਨੂੰ ਵੀ ਮਜ਼ਬੂਤ ਕੀਤਾ ਹੈ, ਜਿਸ ਦੇ ਨਾਲ ਪੂਰਾ ਦੇਸ਼ ਇਸ ਮੁਸੀਬਤ ਦਾ ਇਕਜੁੱਟ ਹੋ ਕੇ ਮੁਕਾਬਲਾ ਕਰ ਰਿਹਾ ਹੈ। ਵੈਕਸੀਨੇਸ਼ਨ ਜਾਰੀ ਹੈ ਤੇ ਇਸ ਸਮੇਂ ਜ਼ਰੂਰਤ ਹੈ ਅਸੀਂ ਆਪਣਾ ਮੋਹਰੀ ਯੋਗਦਾਨ ਦਈਏ, ਜਿਸ ਦੇ ਨਾਲ ਅਸੀਂ ਇੱਕੋ ਸਮੇਂ ਵਾਇਰਸ ਨੂੰ ਹਰਾਉਣ ਦੇ ਵੱਲ ਕਦਮ ਵਧਾ ਸਕੀਏ। ਅਤੇ ਨੈਟਵਰਕ 18 ਦੀ ਇਸ ਮੁਹਿੰਮ ਦੇ ਵਿੱਚ ਹਰ ਕਦਮ ਤੇ ਤੁਹਾਡੇ ਨਾਲ ਅਸੀਂ ਹੈਗੇ ਹਾਂ। ਜਦੋਂ ਤੱਕ ਸਾਰੇ ਸੁਰੱਖਿਅਤ ਨਹੀਂ ਹੁੰਦੇ ਉਸ ਵੇਲੇ ਤੱਕ ਕੋਈ ਸੁਰੱਖਿਅਤ ਨਹੀਂ ਹੋਵੇਗਾ। ਇਸ ਸੋਚ ਦੇ ਆਧਾਰ ਦੇ ਉੱਤੇ ਕੈਂਪੇਨ ਸੰਜੀਵਨੀ ਦਾ ਟੀਚਾ ਇਹ ਯਕੀਨੀ ਕਰਨਾ ਹੈ ਕਿ ਵੈਕਸੀਨ ਪਾਉਣਾ ਸਾਰੇ ਭਾਰਤੀਆਂ ਦਾ ਅਧਿਕਾਰ। ਕੁੱਤੇ ਦੇ ਉੱਤੇ ਬੇਰਹਿਮੀ, ਜੀ ਹਾਂ ਵੱਡੀ ਖਬਰ ਹੈ ਕਿ ਕਿਸ ਤਰੀਕੇ ਨਾਲ ਜਾਨਵਰਾਂ ਦੇ ਉੱਤੇ ਤਸ਼ੱਦਦ ਕਿਸੇ ਦੇ ਵੱਲੋਂ ਢਾਇਆ ਗਿਆ ਹੈ।
ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਕੁੱਤੇ ਨੂੰ, ਇਸ ਜਾਨਵਰ ਨੂੰ। 3 ਲੋਕਾਂ ਨੇ ਰੱਸੀ ਦੇ ਨਾਲ ਬੰਨ੍ਹ ਕੇ ਕੁੱਤੇ ਨੂੰ ਕੁੱਟਿਆ। 800 ਰੁਪਏ ਬਦਲੇ ਕੁੱਤੇ ਨੂੰ ਮਾਰ ਦਿੱਤਾ ਗਿਆ। ਪੀਪਲ ਫॉर ਐਨੀਮਲ ਸੰਸਥਾ ਨੇ ਪੁਲਿਸ ਦੇ ਕੋਲ ਸ਼ਿਕਾਇਤ ਕਰ ਦਿੱਤੀ ਹੈ। ਸੰਸਥਾ ਨੇ 2 ਮੁਲਜ਼ਮਾਂ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਹੈ। ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਉਹ ਵੀ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ। 800 ਰੁਪਏ ਦੇ ਲੈਣ ਦੇਣ ਦਾ ਮਾਮਲਾ ਕਿਸੇ ਦੇ ਨਾਲ, ਤੇ ਗੁੱਸਾ ਉਤਾਰਿਆ ਗਿਆ ਇੱਕ ਬੇਜ਼ੁਬਾਨ ਦੇ ਉੱਤੇ। ਕੁੱਤੇ ਦਾ ਬੁਰੀ ਤਰ੍ਹਾਂ ਦੇ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ। ਕਿਵੇਂ ਪਹਿਲਾਂ ਬੰਨਿਆ ਗਿਆ, ਉਸ ਤੋਂ ਬਾਅਦ ਉਸ ਨੂੰ ਕੁੱਟਿਆ ਗਿਆ। ਸੀਸੀਟੀਵੀ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ, ਤੇ ਕੁੱਟ-ਕੁੱਟ ਕੇ ਇਹਨਾਂ ਲੋਕਾਂ ਨੇ ਉਸ ਜਾਨਵਰ ਨੂੰ, ਬੇਜ਼ੁਬਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤੇ ਜਿਹੜੀ ਇੱਕ ਸੰਸਥਾ ਹੈ ਉਹ ਉਸ ਦੇ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਕਰ ਦਿੱਤੀ ਗਈ ਹੈ। 2 ਮੁਲਜ਼ਮ ਵੀ ਪੁਲਿਸ ਦੇ ਹਵਾਲੇ ਕਰ ਦਿੱਤੇ ਗਏ। ਜਿੰਦਰੀ ਨੇ ਕਿਹਾ ਸੀ ਜੀ। ਕੌਣ ਹੈ ਜਿੰਦਰੀ? ਜਿੰਦਰੀ ਸਾਨੂੰ 800 ਰੁਪਇਆ ਦਿੱਤਾ ਸੀ ਉੱਥੋਂ। ਅੱਛਾ ਜੀ। ਹਾਂਜੀ। ਤੇ ਤੁਸੀਂ 800 ਰੁਪਏ ਲੈ ਕੇ ਉੱਥੋਂ ਕੁੱਤਾ ਚੱਕਿਆ? ਹਾਂਜੀ। ਫਿਰ ਉਹਨੂੰ ਡਾਂਗਾ ਮਾਰੀਆਂ, ਕੁੱਤੇ ਨੂੰ ਡਾਂਗਾ ਮਾਰੀਆਂ ਸੀ। ਉੱਥੇ ਵੀਡੀਓ 'ਚ ਤੁਹਾਡੀ ਵੀਡੀਓ ਆਈ ਹੈ, ਤੁਸੀਂ ਉਹਨੂੰ ਕੁੱਟ ਕੇ ਮਾਰ ਕੇ ਲੈ ਕੇ ਆ ਰਹੇ, ਰਿਕਸ਼ੇ 'ਚ ਲੱਦ ਕੇ ਲਿਆ ਰਹੇ? ਨਹੀਂ ਜੀ ਨਹੀਂ। ਹਾਂ ਦਿਖਾ ਦੇਣੇ ਵੀਡੀਓ। ਤੇ ਫਿਰ ਚੱਕਿਆ ਕਿਉਂ ਕੁੱਤਾ? ਉਹ ਕੀ ਕੀਤਾ ਕੁੱਤੇ ਨੂੰ? ਛੱਡਤਾ ਸੀ। ਕਿਉਂ ਉੱਥੋਂ ਚੱਕ ਕੇ ਕਿਉਂ ਛੱਡਿਆ ਫਿਰ? ਸਾਨੂੰ ਪੈਸੇ ਦਿੱਤੇ ਆ। ਨਹੀਂ, ਕਿਸ ਗੱਲ ਦੇ ਕਿਉਂ ਦਿੱਤੇ ਪੈਸੇ? ਪੈਸੇ ਉੱਥੇ ਸਾਨੂੰ ਗਲੀ ਵਾਲਿਆਂ ਨੇ ਹਜੇ 6 ਕੁੱਤੇ ਹੋਰ ਕਹਿੰਦੇ ਜੀ ਫੜੋ। ਕਿ ਉਹਨੂੰ ਕੁੱਟ ਕੇ ਮਾਰਦੇ ਹੋਏ ਲੈ ਕੇ ਜਾਂਦੇ ਹੋਏ ਦੀ ਵੀਡੀਓ ਮੇਰੇ ਕੋਲ ਆਈ ਸੀਗੀ। ਮੈਂ ਅੱਜ ਮੌਕੇ ਤੇ ਜਾ ਕੇ ਜਿੰਨੀ ਕੁ ਇਨਵੈਸਟੀਗੇਸ਼ਨ ਕੀਤੀ, ਜੋ ਪ੍ਰੂਫਸ ਇਕੱਠੇ ਕੀਤੇ, ਉਹਦੇ ਬਾਅਦ ਮੈਂ 2 ਬੰਦੇ ਫੜੇ ਜਿਹੜੇ ਵੀਡੀਓ 'ਚ ਪ੍ਰੂਫ ਕਰਦੇ ਨੇ ਕਿ ਉਹ ਫੜ ਕੇ ਲੈ ਕੇ ਜਾ ਰਹੇ ਨੇ। ਠੀਕ ਹੈ, ਤੇ ਕਿਹਨਾਂ ਬੰਦਿਆਂ ਨੇ ਇਹ ਕਰਾਇਆ, ਇਹ 2 ਤਾਂ ਫੜ ਲਏ, ਬਾਕੀ ਇਹਨਾਂ ਦੇ ਗਰੁੱਪ ਦੇ ਮੈਂਬਰ ਹੈ। ਹੁਣ ਪੁਲਿਸ ਫੜੇਗੀ ਜਿਹੜੇ ਵੀ ਬੰਦੇ ਸੀਗੇ। ਅਲਟੀਮੇਟਲੀ ਅੱਜ ਕੱਲ ਇਹ ਸਮਝ ਨਹੀਂ ਆ ਰਹੀ ਮੈਨੂੰ, ਜਿੰਨੀ ਇਹ ਕਰੂਐਲਟੀ ਵੱਧਦੀ ਜਾ ਰਹੀ ਹੈ ਐਨੀਮਲਸ ਦੇ ਪ੍ਰਤੀ, ਕਿ ਜਿਹਦਾ ਜੋ ਜੀ ਕਰਦਾ ਉੱਥੋਂ ਕੁੱਤਾ ਚੁਕਾਇਆ ਤੇ ਮਾਰ ਦਿੱਤਾ ਜਾਂ ਚੱਕ ਕੇ ਦੂਜੀ ਜਗ੍ਹਾ ਛੱਡ। ਰੁਕ ਕਰਦੇ ਹਾਂ ਫੋਨ ਲਾਈਨ ਤੇ ਇਸ ਸਮੇਂ ਸਾਡੇ ਸਹਿਯੋਗੀ ਸਾਡੇ ਨਾਲ ਨੇ ਸੁਰਿੰਦਰ ਕੰਬੋਜ। ਸੁਰਿੰਦਰ, ਇਨਸਾਨਾਂ ਦੀ ਲੜਾਈ ਦੇ ਵਿੱਚ ਬੇਜ਼ੁਬਾਨ ਦੀ ਸ਼ਾਮਤ ਕਿਉਂ ਆ ਗਈ? ਕੀ ਹੈ ਪੂਰਾ ਮਾਮਲਾ? ਬਿਲਕੁਲ ਗੌਰਵ, ਜਿੱਦਾਂ ਕਿ ਮਾਮਲਾ ਜਿਹੜਾ ਸਾਹਮਣੇ ਆਇਆ ਹੈਗਾ, ਇਹ ਫਗਵਾੜਾ ਦੇ ਇੱਕ ਇਲਾਕੇ ਦਾ ਜਿਹੜਾ ਹੈਗਾ ਮਾਮਲਾ, ਜਿੱਥੇ ਕਿ ਕੁੱਤੇ ਜਿਹੜੇ ਘਰਾਂ ਦੇ ਵਿੱਚ ਕੁੱਤੇ ਰੱਖੇ ਹੋਏ ਆ, ਜਿਨ੍ਹਾਂ ਤੋਂ ਮੁਹੱਲੇ ਦੇ ਲੋਕ ਤੰਗ ਪਰੇਸ਼ਾਨ ਹੋ ਜਾਂਦੇ। ਮਾਮਲਾ ਬੇਸਿਕਲੀ ਉਹ ਹੈਗਾ ਆ, ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ 800 ਰੁਪਇਆ ਦੇ ਕੇ ਜਿਹੜੇ ਲੋਕ ਕੁੱਤੇ ਨੂੰ ਮਾਰਦੇ ਆ, ਉਹਨੂੰ 800 ਰੁਪਇਆ ਦਿੰਦੇ ਆ ਤੇ ਉਹਨੂੰ ਦੱਸਦੇ ਵੀ ਇਹ ਫਲਾਣਾ ਕੁੱਤਾ ਹੈਗਾ, ਇਹਨੂੰ ਲੈ ਜਾਓ ਤੇ ਉਧਰ ਜਾ ਕੇ ਮਾਰ ਦਿਓ। ਬੇਸਿਕਲੀ ਇਹ ਜਿਹੜੇ 2 ਲੋਕ ਜਿਹੜੇ ਗ੍ਰਿਫਤਾਰ ਕੀਤੇ ਹੈਗੇ, ਇਹ ਕੂੜਾ ਚੱਕਣ ਵਾਲੇ ਹੈਗੇ, ਜਿਹੜੇ ਗਲੀਆਂ ਮੁਹੱਲਿਆਂ ਦੇ ਵਿੱਚੋਂ ਕਾਗਜ਼ ਵਗੈਰਾ ਚੱਕਦੇ ਉਹ ਲੋਕ ਹੈਗੇ ਆ। ਉਹਨਾਂ ਨੂੰ 800 ਰੁਪਇਆ ਦਿੱਤਾ ਗਿਆ ਤੇ ਹੋਰ 6 ਕੁੱਤੇ ਹੋਰ ਹੈਗੇ ਉਸ ਮੁਹੱਲੇ ਵਿੱਚ, ਜਿਨ੍ਹਾਂ ਨੂੰ ਇਦਾਂ ਹੀ ਮਾਰਨ ਦੀ ਗੱਲ ਉਹਨਾਂ ਵੱਲੋਂ ਕਹੀ ਗਈ ਸੀਗੀ। ਪਰ ਫਿਲਹਾਲ ਇਹਨਾਂ 2 ਬੰਦਿਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ, ਔਰ ਪੁੱਛਗਿੱਛ ਦੌਰਾਨ ਜੋ ਵੀ ਸਾਹਮਣੇ ਆਏਗਾ, ਦੋਸ਼ੀ ਹੋਰ ਵੀ ਸਾਹਮਣੇ ਆਉਣਗੇ, ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ। ਇਹ ਤਾਂ ਐਵੇਂ ਲੱਗ ਰਿਹਾ ਕਿ ਇਹ ਲੋਕ ਕੁੱਤੇ ਦੀ ਸੁਪਾਰੀ ਲੈਂਦੇ ਨੇ। ਇਹ ਕਿਸੇ ਦੇ ਘਰ ਬੰਨਿਆ ਹੋਇਆ ਸੀ ਜਾਂ ਫਿਰ ਕੋਈ ਸਟ੍ਰੇ ਡੌਗ ਹੈ? ਮਤਲਬ ਕਿਸੇ ਗਲੀ ਦੇ ਵਿੱਚ ਕੋਈ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਬੇਜ਼ੁਬਾਨ ਘੁੰਮਦੇ ਰਹਿੰਦੇ ਨੇ, ਉਹ ਨੇ ਜਾਂ ਕਿਸੇ ਦੇ ਘਰ ਰੱਖਿਆ ਹੋਇਆ ਸੀ? ਬਿਲਕੁਲ, ਜਿਹੜਾ ਇਹ ਵਾਲਾ ਕੁੱਤਾ ਸੀ ਇਹ ਅਵਾਰਾ ਜਾਨਵਰ ਸੀਗਾ, ਪਰ ਜਿਹੜੇ ਲੋਕ ਹੈਗੇ ਆ ਜਿਨ੍ਹਾਂ ਨੇ ਸੁਪਾਰੀ ਦਿੱਤੀ ਸੀਗੀ ਜਾਂ 800 ਰੁਪਇਆ ਜਿਹੜਾ ਦੇਣ ਦੀ ਕੋਸ਼ਿਸ਼ ਕੀਤੀ ਸੀਗੀ, ਉਹ ਲੋਕ ਜਿਹੜੇ ਕੁੱਤਿਆਂ ਤੋਂ ਤੰਗ ਪਰੇਸ਼ਾਨ ਹੈਗੇ ਆਪਣੇ ਗਲੀਆਂ 'ਚ ਭਾਵੇਂ ਪਾਲੇ ਹੀ ਹੋਣ, ਉਹਨਾਂ ਦੀ ਵੀ ਸੁਪਾਰੀ ਜਿਹੜੀ 800 ਰੁਪਏ ਦਾ ਪਰ ਕੁੱਤਾ 800 ਰੁਪਇਆ ਦਿੰਦੇ ਨੇ ਤੇ ਇਹਨਾਂ ਨੂੰ ਦਿੰਦੇ, ਇਹ ਕੁੱਤਾ ਉੱਥੋਂ ਲੈ ਜਾਂਦੇ ਨੇ ਤੇ ਅੱਗੇ ਲਿਜਾ ਕੇ ਮਾਰ ਦਿੰਦੇ ਹੈਗੇ ਨੇ। ਜਿਹੜਾ ਪੂਰਾ ਮਾਮਲਾ ਇਹ ਹੈਗਾ, ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਨਾਲ ਦੀ ਨਾਲ ਜਿਹੜੇ ਵੀ ਹੋਰ ਦੋਸ਼ੀ ਸਾਹਮਣੇ ਆਉਣਗੇ ਜਾਂ ਜਿਨ੍ਹਾਂ ਨੇ ਪੈਸੇ ਇਹਨਾਂ ਨੂੰ ਦਿੱਤੇ ਸੀਗੇ, ਉਹਨਾਂ ਨੂੰ ਵੀ ਇਹਦੇ ਵਿੱਚ ਲਿਆਂਦਾ ਜਾਏਗਾ। ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤਾਂ ਬੇਜ਼ੁਬਾਨਾਂ ਦੇ ਉੱਤੇ ਕਿਸ ਤਰੀਕੇ ਨਾਲ ਤਸ਼ੱਦਦ ਢਾਇਆ ਗਿਆ ਹੈ, ਕੁਝ ਲੋਕਾਂ ਨੂੰ ਦਿੱਕਤ ਹੋ ਸਕਦੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਸ ਨੂੰ ਮਾਰਨ ਦੇ ਲਈ ਕਿਸੇ ਨੂੰ ਪੈਸੇ ਦੇ ਦਿਓ। ਖੈਰ, ਪੁਲਿਸ ਪੂਰੇ ਮਾਮਲੇ ਦੇ ਵਿੱਚ ਇਨਵੈਸਟੀਗੇਟ ਕਰ ਰਹੀ ਹੈ, ਕਿਸ ਤਰੀਕੇ ਨਾਲ ਪੂਰੇ ਮਾਮਲੇ ਦੀ ਜਾਂਚ ਹੋਏਗੀ ਇਹ ਵੀ ਇੱਕ ਵੱਡਾ ਸਵਾਲ ਜ਼ਰੂਰ ਹੈ। ਪਰ ਇੱਕ ਬੇਜ਼ੁਬਾਨ ਨੂੰ ਕਿਸ ਤਰੀਕੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ, ਇਹ ਤਸਵੀਰਾਂ ਬਿਆਨ ਕਰ ਰਹੀਆਂ। ਹੁਣ ਅੱਗੇ ਵਧਦੇ ਹਾਂ ਤੇ ਦੇਖਦੇ ਹਾਂ ਫਟਾਫਟ ਅੰਦਾਜ਼ ਦੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਦੀਆਂ ਖਬਰਾਂ।